जग सच्चे की है कोठड़ी, सच्चे का विश्वास। इहो जग सच्चे की है कोठड़ी, सच्चे का विश्वास। एक ना हुक्म समाए ले, एक ना हुक्मे करे विनाश, एक ना हुक्मे करे विनाश। एक ना हुक्म समाए ले, एक ना हुक्मे करे विनाश, एक ना हुक्मे करे विनाश। एक ना पाणे काढ ले, एक ना माया विच निवास, एक ना माया विच निवास। एव पे आख न जा पई, जे किसे आणे रास, जे किसे आणे रास। नानक गुरमुख जानिए, जाको आप करे परगास, जाको आप करे परगास। इहो जग सच्चे की है कोठड़ी, सच्चे का विश्वास, सच्चे का विश्वास, सच्चे का विश्वास। ਸਾਹਿਬ ਜੀਓ ਮਹੱਲਾ ਦੂਜਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਭਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਵ ਭੇ ਆਖ ਨਾ ਜਾਪਈ, ਜੇ ਕਿਸੈ ਆਣੇ ਰਾਸ। ਨਾਨਕ ਗੁਰਮੁਖ ਜਾਣੀਐ, ਜਾਂ ਕੋ ਆਪ ਕਰੇ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ, ਅੱਜ ਦੀ ਸਵੇਰ ਬਖਸ਼ਿਸ਼ ਕੀਤੀ ਹੈ। ਗੁਰੂ ਅੰਗਦ ਦੇਵ ਜੀ ਦੀ ਪਾਵਨ ਬਾਣੀ ਜੋ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਸ਼ੋਭਾਇਮਾਨ ਹਨ, ਆਪ ਜੀ ਲਗਾਤਾਰ ਇਹਨਾਂ ਸ਼ਲੋਕਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਅੱਜ ਦੇ ਇਸ ਸ਼ਲੋਕ ਵਿੱਚ ਜਿਸ ਦੀ ਇੱਕ ਪੰਕਤੀ ਦੀ ਵਿਚਾਰ ਕੱਲ੍ਹ ਆਪਾਂ ਸਾਂਝੀ ਕੀਤੀ ਸੀ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪਰਮਾਤਮਾ ਨੇ ਆਪਣੇ ਰਹਿਣ ਵਾਸਤੇ, ਨਿਵਾਸ ਕਰਨ ਵਾਸਤੇ ਇੱਕ ਖੇਡ ਰਚੀ ਹੈ। ਸੰਸਾਰ ਇਹਦੇ ਵਿੱਚ ਆਪ ਨਿਵਾਸ ਕਰ ਰਿਹਾ ਹੈ। ਫਿਰ ਅੱਜ ਦਾ ਜੋ ਅਗਲਾ ਪ੍ਰਕਰਨ ਹੈ, ਇੱਥੇ ਉਹ ਕਰਦਾ ਕੀ ਹੈ। ਕੱਲ੍ਹ ਦੇ ਵਿਚਾਰ ਵਿੱਚ ਉਹਦਾ ਨਿਵਾਸ ਅਸਥਾਨ ਸੰਸਾਰ ਹੈ, ਦੁਨੀਆ ਹੈ।
ਇੱਥੇ ਫਿਰ ਜਿਵੇਂ ਉਹ ਸੰਸਾਰ ਨੂੰ ਚਲਾ ਰਿਹਾ ਹੈ ਤੇ ਜਿਸ ਸ਼ਕਤੀ ਦੁਆਰਾ ਚਲਾ ਰਿਹਾ ਹੈ, ਪਹਿਲੀ ਗੱਲ ਤਾਂ ਗੁਰੂ ਅੰਗਦ ਦੇਵ ਜੀ ਨੇ ਕਹੀ ਕਿ ਇਹ ਜਿਹੜਾ ਪਸਾਰਾ ਜਿਤਨਾ ਵੀ ਚੱਲ ਰਿਹਾ ਹੈ, ਇਹਦੀ ਸਮਝ ਆਉਣੀ ਬਹੁਤ ਮੁਸ਼ਕਿਲ ਹੈ। ਭਾਵੇਂ ਆਪੋ ਆਪਣੇ ਧਰਮ ਸਾਰੇ ਵਿਚਾਰ ਕਰਦੇ ਨੇ ਕਿ ਆਦਮੀ ਕਰਮ ਕਰਦਾ ਹੈ, ਉਹ ਲਿਖੇ ਜਾਂਦੇ ਨੇ, ਫਿਰ ਉਹਨਾਂ ਨਾਲ ਦੁੱਖ ਸੁੱਖ ਪੈਦਾ ਹੁੰਦੇ ਹਨ। ਕੋਈ ਕਹਿੰਦਾ ਹੈ ਪਰਮਾਤਮਾ ਸਭ ਕੁਝ ਕਰ ਰਿਹਾ ਹੈ, ਕੋਈ ਕਹਿੰਦਾ ਹੈ ਨਹੀਂ, ਮਨੁੱਖ ਦੇ ਆਪਣੇ ਕਰਮ ਨੇ। ਤਾਂ ਇਹ ਸਾਰੀਆਂ ਵਿਚਾਰਾਂ ਚੱਲਦੀਆਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀਆਂ ਗੁਰੂ ਸਾਹਿਬ ਨੇ। ਉਹਨਾਂ ਵਿੱਚੋਂ ਅੱਜ ਦੋ ਵਿਰੋਧੀ ਵਿਚਾਰਾਂ ਇਸ ਸ਼ਬਦ ਵਿੱਚ ਕਹੀਆਂ ਨੇ ਕਿ ਉਹ ਆਪਣੀ ਮੌਜ ਵਿੱਚ ਆ ਕੇ ਕਈਆਂ ਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਕਈਆਂ ਨੂੰ ਮਾਇਆ ਵਿੱਚ ਲੀਨ ਕਰ ਦਿੰਦਾ, ਲਿਪਤ ਕਰ ਦਿੰਦਾ ਹੈ। ਇਸ ਗੱਲ ਦੀ ਸਮਝ ਆਮ ਆਦਮੀ ਨੂੰ ਨਹੀਂ ਆ ਰਹੀ ਕਿ ਪਰਮਾਤਮਾ ਕੀ ਕਰਵਾਉਣਾ ਚਾਹੁੰਦਾ ਹੈ ਮਨੁੱਖ ਤੋਂ, ਕਿਉਂਕਿ ਸਾਰੀ ਜਿਹੜੀ ਰਚਨਾ ਹੈ ਬੜੀ ਬੇਅੰਤ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ, ਜੋ ਕੁਝ ਉਹ ਕਰ ਰਿਹਾ ਇਹਦਾ ਅੰਤ ਨਹੀਂ ਲੱਭਿਆ ਜਾ ਸਕਦਾ। ਦੇਣ ਨਾ ਅੰਤ, ਜਿਨ੍ਹਾਂ ਢੰਗਾਂ ਨਾਲ ਉਹ ਸਾਨੂੰ ਦਾਤਾਂ ਦੇ ਰਿਹਾ ਉਹ ਵੀ ਨਜ਼ਰ ਵਿੱਚ ਨਹੀਂ ਆਉਂਦੀ ਗੱਲ, ਕੋਈ ਪਤਾ ਨਹੀਂ ਮਨੁੱਖ ਨੂੰ, ਸਿਰਫ ਅਸੀਂ ਵਰਤ ਰਹੇ ਹਾਂ। ਜਿਵੇਂ ਸਾਨੂੰ ਉਹ ਦੇ ਰਿਹਾ ਹੈ ਇਹਦੀ ਕੋਈ ਸਾਨੂੰ ਸਮਝ ਨਹੀਂ ਹੈ। ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ। ਉਹ ਕਿੰਨੇ ਤਰੀਕਿਆਂ ਨਾਲ ਸਾਨੂੰ ਦੇਖ ਰਿਹਾ, ਸਾਨੂੰ ਇਸ ਗੱਲ ਦਾ ਪਤਾ ਨਹੀਂ ਹੈ। ਸੁਣਨ ਦਾ ਅੰਤ, ਕਈ ਤਰੀਕਿਆਂ ਨਾਲ ਸੁਣਦਾ ਹੈ। ਅੰਤ ਨਾ ਜਾਪੈ ਕਿਆ ਮਨ ਮੰਤ, ਮਨ ਮੰਤ ਦਾ ਅਰਥ ਹੈ ਕਿ ਉਹਦੇ ਮਨ ਵਿੱਚ ਕੀ ਵਿਚਾਰ ਚੱਲ ਰਹੇ ਨੇ, ਇਹਦਾ ਕੋਈ ਅੰਤ ਨਹੀਂ ਹੈ। ਇਸ ਆਕਾਰ ਦਾ ਕੋਈ ਅੰਤ ਨਹੀਂ, ਇਹਦਾ ਕੋਈ ਪਾਰਾਵਾਰ ਨਹੀਂ ਹੈ। ਕਿੰਨੇ ਹੀ ਮਨੁੱਖ ਇੱਥੇ ਪਰਮਾਤਮਾ ਦੇ ਅੰਤ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਦਾ ਅੰਤ ਤਾਂ ਕੀ ਲੱਭਣਾ ਸੀ, ਜਿਹੜੀ ਸ੍ਰਿਸ਼ਟੀ ਦੀ ਉਹਨੇ ਰਚਨਾ ਕੀਤੀ ਉਹਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ। ਬੜੇ ਲੋਕ ਵਿਲਲਾ ਰਹੇ ਨੇ। ਗੁਰੂ ਅਮਰਦਾਸ ਜੀ ਨੇ ਵੀ ਬਚਨ ਕਹੇ ਔਰ ਗੁਰੂ ਨਾਨਕ ਸਾਹਿਬ ਨੇ ਇੱਥੇ ਕਹੇ ਨੇ, ਅੰਤ ਕਾਰਨ ਕੇਤੇ ਵਿਲਲਾਹੇ। ਵਿਲਕਦੇ ਨੇ ਬੜੇ ਬੜੇ ਸਿਆਣੇ ਲੋਕ, ਵਿਦਵਾਨ, ਫਿਲਾਸਫਰ, ਕਿ ਸਾਨੂੰ ਇਸ ਸਾਰੀ ਵਰਤ ਦੀ ਘਟਨਾ ਦਾ ਕਿਤੇ ਪਤਾ ਲੱਗੇ ਕਿੱਥੋਂ ਚੱਲ ਰਹੀ ਹੈ। ਫਿਰ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਬਿਟੋਂ ਰਹੇ ਲੋਕ ਵਿਲ ਲਾਏ। ਬਹੁਤ ਲੋਕ ਇਹਨੂੰ ਖੋਜਣਾ ਚਾਹੁੰਦੇ ਨੇ। ਉਹਦਾ ਕਾਰਨ ਇਹ ਹੈ ਕਿ ਆਦਮੀ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਜ਼ਿੰਦਗੀ ਵਿੱਚ ਕਿਹੜੀ ਚੀਜ਼ ਨੂੰ ਚੁਣਾ, ਸੱਚ ਨੂੰ ਚੁਣਾ ਕਿ ਝੂਠ ਨੂੰ, ਕਿਉਂਕਿ ਇਹ ਵੀ ਸੱਚ ਹੈ, ਝੂਠ ਉਹਨੇ ਬਣਾਇਆ ਹੈ। ਗੁਰਬਾਣੀ ਪੜ੍ਹ ਕੇ ਦੇਖੋ, ਪਾਪ ਪੁੰਨ ਜਗ ਜਾਇਆ ਭਾਈ। ਜਾਇਆ ਦਾ ਅਰਥ ਹੈ ਜਨਮ ਦੇਣਾ। ਇਹ ਜਿਹੜਾ ਸੰਸਾਰ ਬਣਿਆ ਹੈ ਪਾਪ ਤੇ ਪੁੰਨ ਦੀ ਮਿਲਾਵਟ ਕਰਕੇ ਬਣਿਆ ਹੈ। ਪਾਪ ਪੁੰਨ ਜਗ ਜਾਇਆ ਭਾਈ, ਇਹਦੇ ਵਿੱਚ ਥੋੜ੍ਹਾ ਜਿਹਾ ਪਾਪ ਸੀ, ਜ਼ਿਆਦਾ ਪੁੰਨ ਸੀ। ਹੋਰ ਵਚਨ ਆਉਂਦੇ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਇਹ ਵੀ ਉਸ ਨੇ ਬਣਾਇਆ ਹੈ। ਹੋਰ ਬਚਨ ਕੀਤੇ ਕਿ ਪਰਮਾਤਮਾ ਨੇ ਹਉਮੈ ਵੀ ਆਪ ਬਣਾਈ ਹੈ। ਆਦਮੀ ਦੇ ਅੰਦਰ ਇੱਕ ਮੈਂ ਦੀ ਬਿਰਤੀ ਬਣਾਈ, ਤਾਂ ਇਹ ਤੁਰਿਆ ਨਾ, ਥੋੜ੍ਹੀ ਜਿਹੀ ਇਹਦੇ ਵਿੱਚ ਬਣਾ ਦਿੱਤੀ। ਇੱਕ ਸੈਂਟਰ ਬਣਾਇਆ ਹੈ ਤੇ ਉਹਦੀ ਜੋਤ। ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ।
ਸਾਰਿਆਂ ਵਿੱਚ ਹੋਰ ਕੋਈ ਵੀ ਨਹੀਂ ਹੈ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਸਾਰੀ ਉਹ ਆਪ ਹੀ ਵਰਤ ਰਿਹਾ, ਦੂਸਰਾ ਹੈ ਹੀ ਕੋਈ ਨਹੀਂ। ਪਰ ਇਹ ਕੱਲਾ ਕੱਲਾ ਆਦਮੀ ਆਪਣੀ ਹੋਂਦ ਨੂੰ ਬਣਾ ਕੇ ਬੈਠਾ ਹੈ। ਇਹਦੇ ਵਿੱਚ ਕੋਈ ਚੀਜ਼ ਜ਼ਰੂਰ ਪਾਈ ਹੈ ਕਿ ਜਿਹਦੇ ਵਿੱਚ ਉਹਨੂੰ ਇਹ ਅਹਿਸਾਸ ਹੋਣ ਲੱਗ ਪਿਆ ਕਿ ਮੈਂ ਕੁਝ ਹਾਂ। ਉਹ ਬਿੰਦੂ ਪਰਮਾਤਮਾ ਨੇ ਆਪ ਪਾਇਆ ਵਿੱਚ ਬੰਦੇ ਨੂੰ ਚਲਾਉਣ ਵਾਸਤੇ ਕਿ ਇਹ ਸੰਸਾਰ ਵਿੱਚ ਤੁਰੇਗਾ, ਕੰਮ ਕਰੇਗਾ, ਸਰੀਰਕ ਤੌਰ 'ਤੇ ਇਸ ਖੇਡ ਨੂੰ ਖੇਡੇਗਾ। ਇਹ ਥੋੜ੍ਹਾ ਜਿਹਾ ਇੱਕ ਬਿਲਕੁਲ ਜਿਵੇਂ ਕਹਿ ਲਈਏ ਨਾਮ ਮਾਤਰ ਹਉਮੈ, ਛੋਟੀ ਜਿਹੀ ਹਉਮੈ ਸਾਡੇ ਵਿੱਚ ਪਰਮਾਤਮਾ ਨੇ ਆਪ ਬਣਾਈ। ਹਉਮੈ ਨੂੰ ਪਾਪ ਹੀ ਕਹਿੰਦੇ ਆ ਨਾ ਆਪਾਂ। ਪਰ ਪਾਈ ਵਿੱਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਹੜੀ ਚੀਜ਼ ਨੂੰ ਪ੍ਰਵਾਨਿਤ ਕਰਦੀ ਹੈ, ਇਹ ਵੇਖਣਾ ਅੱਜ ਦੇ ਵਿਚਾਰ ਵਿੱਚ। ਵੈਸੇ ਤਾਂ ਮੈਂ ਕਹਿ ਰਿਹਾ ਸਾਂ ਅੰਤ ਨਹੀਂ ਲੱਭ ਸਕਦਾ, ਗੁਰੂ ਸਾਹਿਬ ਕਹਿੰਦੇ ਨੇ। ਇੱਕ ਤਰੀਕਾ ਹੋਰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕੁਝ ਤੈਨੂੰ ਪਤਾ ਲੱਗ ਜਾਏਗਾ ਜੇ ਤੂੰ ਗੁਰੂ ਚਰਨਾਂ ਦੇ ਵਿੱਚ ਚਿੱਤ ਜੋੜ ਕੇ ਸ਼ਬਦ ਦੀ ਕਮਾਈ ਕਰੇ ਤਾਂ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਤੇਰੇ ਅੰਦਰ ਇੱਕ ਪ੍ਰਕਾਸ਼ ਪੈਦਾ ਹੋ ਜਾਏਗਾ, ਇੱਕ ਚਾਨਣ, ਇੱਕ ਗਿਆਨ ਦੀ ਦੁਨੀਆ ਤੇਰੇ ਅੰਦਰ ਪੈਦਾ ਹੋ ਜਾਏਗੀ। ਤੇਰੇ ਅੰਦਰ ਕੁਝ ਜਿਹੜਾ ਅਗਿਆਨ ਛਾਇਆ ਹੋਇਆ ਹੈ, ਹਨੇਰਾ ਹਉਮੈ ਦਾ, ਜਿਉਂ-ਜਿਉਂ ਉਹ ਘਟੇਗਾ, ਜਿਉਂ-ਜਿਉਂ ਉਹ ਘਟੇਗਾ ਤਿਉਂ-ਤਿਉਂ ਤੇਰੇ ਅੰਦਰ ਇੱਕ ਪ੍ਰਕਾਸ਼ ਦੀ ਕਿਰਨ ਉਤਰੇਗੀ। ਤਾਂ ਉਸ ਪ੍ਰਕਾਸ਼ ਦੇ ਵਿੱਚ ਤੂੰ ਥੋੜ੍ਹਾ ਜਿਹਾ ਜਾਣ ਲਏਗਾ ਵੀ ਇਹ ਸਾਰੀ ਖੇਡ ਕੀ ਚੱਲ ਰਹੀ। ਸਾਰਾ ਨਹੀਂ ਜਾਣਿਆ ਜਾ ਸਕਦਾ, ਥੋੜ੍ਹਾ ਜਿਹਾ ਜਾਣ ਲਏਗਾ। ਜਿਵੇਂ ਸੂਰਜ ਚੜ੍ਹਿਆ ਤਾਂ ਉਸ ਸੂਰਜ ਦੇ ਚੜ੍ਹਾਵ ਦੇ ਅੰਦਰ, ਉਹਦੇ ਚਾਨਣ ਵਿੱਚ ਅਸੀਂ ਇਹ ਸਭ ਕੁਝ ਜਾਣ ਰਹੇ ਹਾਂ ਕਿ ਸਾਹਮਣੇ ਸੜਕ ਹੈ, ਸਾਹਮਣੇ ਮਕਾਨ ਹੈ, ਸਾਹਮਣੇ ਕੋਈ ਆਦਮੀ ਹੈ। ਇਹ ਅਸੀਂ ਜਾਣ ਲਿਆ ਸੂਰਜ ਚੜ੍ਹਨ ਤੋਂ ਬਾਅਦ। ਚਾਨਣ ਹੋਇਆ, ਹਨੇਰੇ ਵਿੱਚ ਇਹਦਾ ਵੀ ਪਤਾ ਨਹੀਂ ਸੀ। ਪਰ ਇਸ ਜਾਣਨ ਦੇ ਅਰਥ ਇਹ ਨਹੀਂ ਵੀ ਅਸਾਂ ਸਾਰੀ ਦੁਨੀਆ ਨੂੰ ਜਾਣ ਲਿਆ ਹੈ। ਸਿਰਫ ਓਨੀ ਚੀਜ਼ ਨੂੰ ਜਾਣਿਆ ਜਿਹੜੀ ਸਾਡੀ ਅੱਖ ਦੇ ਅੱਗੇ ਹੈ ਸਿਰਫ। ਬਾਕੀ ਸਾਰਾ ਅਨੰਤ ਸੰਸਾਰ ਪਿਆ ਹੈ। ਕਿੰਨੇ ਦੇਸ਼, ਕਿੰਨੀਆਂ ਧਰਤੀਆਂ, ਸੂਰਜ, ਚੰਦਰਮਾ, ਬ੍ਰਹਿਮੰਡ, ਜੰਗਲ ਹਨ, ਸਮੁੰਦਰ ਹਨ, ਕਿੰਨਾ ਕੁਝ ਹੈ, ਉਹ ਨਹੀਂ ਜਾਣਿਆ ਜਾ ਸਕਦਾ। ਤਾਂ ਗੁਰਬਾਣੀ ਵਿੱਚ ਜਿੱਥੇ ਇਹ ਕਿਹਾ ਗਿਆ ਹੈ ਕਿ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ, ਜਿਹਦੀ ਅੱਖ ਖੁੱਲ੍ਹ ਜਾਏ ਉਹ ਜਾਣ ਲੈਂਦਾ, ਪਰ ਸਾਰਾ ਨਹੀਂ ਜਾਣ ਸਕਦਾ। ਥੋੜ੍ਹਾ ਥੋੜ੍ਹਾ ਉਹਨੂੰ ਪਤਾ ਲੱਗਦਾ ਹੈ ਕਿ ਇਹ ਜੀਵਨ ਕਿਵੇਂ ਚੱਲ ਰਿਹਾ। ਜਿਹੜੇ ਭਗਤ ਸਨ ਉਹਨਾਂ ਨੇ ਜਾਣਿਆ, ਜਾਣਨ ਤੋਂ ਬਾਅਦ ਉਹਨਾਂ ਨੇ ਜਿਹੜਾ ਤਜਰਬਾ ਉਹਨਾਂ ਦੀ ਜ਼ਿੰਦਗੀ ਵਿੱਚ ਆਇਆ ਤਾਂ ਉਹਨਾਂ ਨੇ ਗੁਰਬਾਣੀ ਦੇ ਰੂਪ ਵਿੱਚ ਲਿਖ ਦਿੱਤਾ, ਗੁਰਬਾਣੀ ਦੇ ਰੂਪ ਵਿੱਚ, ਸ਼ਬਦ ਦੇ ਰੂਪ ਵਿੱਚ ਉਤਾਰ ਦਿੱਤਾ ਉਸ ਬਾਣੀ ਨੂੰ। ਤਾਂ ਬੇਨਤੀ ਕਰ ਰਿਹਾ ਸੀ, ਜਾਣਿਆ ਜਾ ਸਕਦਾ ਹੈ ਕਿ ਜ਼ਿੰਦਗੀ ਕੀ ਹੈ, ਇਹਦੇ ਵਿੱਚ ਕੀ ਸਾਨੂੰ ਧਰਮ ਚੁਣ ਲੈਣਾ ਚਾਹੀਦਾ ਜਾਂ ਸੰਸਾਰੀ ਮੋਹ ਵਿੱਚ ਡੁੱਬੀ ਹੋਈ ਬਿਰਤੀ, ਪਦਾਰਥ ਕਮਾਉਣੇ, ਦਿਨ ਰਾਤ ਕੰਮ ਕਰਨਾ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਖਾਣਾ ਪੀਣਾ, ਸੌਣਾ, ਹੱਸਣਾ, ਇਹ ਚੁਣਨਾ ਚਾਹੀਦਾ ਹੈ ਜਾਂ ਅੰਮ੍ਰਿਤ ਵੇਲੇ ਉੱਠ ਕੇ ਸ਼ਬਦ ਨਾਲ ਸੁਰਤ ਜੋੜਨੀ ਚਾਹੀਦੀ। ਇਹ ਸਵਾਲ ਹੈ ਬੰਦੇ ਦੇ ਜੀਵਨ ਵਿੱਚ। ਤਾਂ ਇਸ ਦੁਬਿਧਾ ਦੇ ਵਿੱਚ ਧਾਰਮਿਕ ਬੰਦਾ ਵੀ ਰਹਿੰਦਾ ਹੈ ਜਦੋਂ ਉਹ ਸੁਣਦਾ ਹੈ ਕਿ ਦੋਵੇਂ ਚੀਜ਼ਾਂ ਉਹਨੇ ਹੀ ਉਪਾਈਆਂ ਨੇ ਨਾ। ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਦੋਵੇਂ ਤਰਫਾਂ ਉਪਾਇਓਨ, ਉਹਨੇ ਦੋਵੇਂ ਤਰਫਾਂ ਉਪਾਈਆਂ ਨੇ, ਦੋਵੇਂ ਚੀਜ਼ਾਂ ਪੈਦਾ ਕੀਤੀਆਂ ਨੇ। ਹੁਣ ਅਸੀਂ ਕੀ ਚੁਣਨਾ ਹੈ, ਕਿਹੜੀ ਠੀਕ ਹੈ? ਕਿਉਂਕਿ ਇਹ ਸਾਰੇ ਵਿਚਾਰ ਚੱਲਦੇ ਨੇ ਜਿਹਦੇ ਵਿੱਚ ਕਿਹਾ ਜਾਂਦਾ ਹੈ ਪਾਪੀਆਂ ਤੋਂ ਪਾਪ ਵੀ ਉਹ ਕਰਾ ਰਿਹਾ ਹੈ, ਪੁੰਨ ਕਰਨ ਵਾਲਿਆਂ ਤੋਂ ਪੁੰਨ ਵੀ ਉਹ ਕਰਾ ਰਿਹਾ ਹੈ। ਇੱਕ ਪਾਸੇ ਅੰਮ੍ਰਿਤ ਪੀਣ ਵਾਲਿਆਂ ਨੂੰ ਅੰਮ੍ਰਿਤ ਵੀ ਉਹ ਪਿਆ ਰਿਹਾ ਹੈ ਅਤੇ ਜਿਹੜੇ ਬੰਦੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਵੀ ਉਹ ਹੀ ਖਵਾ ਰਿਹਾ ਹੈ। ਇਹ ਦੋਵੇਂ ਵਿਚਾਰਾਂ ਚੱਲਦੀਆਂ ਨਾ। ਹੁਣ ਇੱਥੇ ਥੋੜ੍ਹੀ ਜਿਹੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂ।
ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਤਾਂ ਸਤਿਗੁਰੂ ਇਸ ਤਰ੍ਹਾਂ ਦੇ ਜੀਵਨ ਨੂੰ ਪ੍ਰਵਾਨ ਨਹੀਂ ਕਰਦੇ ਜਿਹੜਾ ਨਾਮ ਤੋਂ ਟੁੱਟਾ ਹੋਇਆ, ਬਿਲਕੁਲ ਪ੍ਰਵਾਨ ਨਹੀਂ ਕਰਦੇ। ਥੋੜ੍ਹੇ ਜਿਹੇ ਵਿਸ਼ੇ ਬੜੇ ਮਹਿੰਗੇ ਕਹਿ ਲਈਏ ਜਾਂ ਇਹਦੇ ਉੱਤੇ ਧਿਆਨ ਬੜਾ ਇਕਾਗਰ ਕਰਨਾ ਪਏਗਾ, ਪਰ ਇਹ ਵਿਸ਼ੇ ਸਾਡੇ ਅੰਦਰ ਚੱਲਦੇ ਨੇ, ਇਹਨਾਂ ਨੂੰ ਹੱਲ ਕਰ ਲੈਣਾ ਚਾਹੀਦਾ ਹੈ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਭਾਵੇਂ ਪਰਮਾਤਮਾ ਹੀ ਸਭ ਕੁਝ ਕਰਾ ਰਿਹਾ ਹੈ, ਗਲਤ ਆਦਮੀ ਤੋਂ ਗਲਤ ਕਰ ਰਿਹਾ ਆਦਮੀ, ਕਰਾ ਤਾਂ ਉਹ ਹੀ ਰਿਹਾ ਹੈ, ਸੱਚਾਈ ਹੈ, ਗੁਰੂ ਸਾਹਿਬ ਕਹਿ ਰਹੇ ਨੇ ਬਾਣੀ ਵਿੱਚ, ਪਰ ਕਰਾ ਰਿਹਾ ਹੈ ਪਰ ਉਹਨੂੰ ਪ੍ਰਵਾਨਗੀ ਨਹੀਂ ਦੇ ਰਿਹਾ ਵੀ ਇਹ ਕਰਨਾ ਚਾਹੀਦਾ ਹੈ। ਬੜਾ ਡੂੰਘਾ ਵਿਸ਼ਾ ਹੈ। ਮੈਂ ਕੁਝ ਉਦਾਹਰਨ ਦਿਆਂਗਾ। ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ। ਉਹ ਕਹਿੰਦੇ ਨੇ, ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਉਹਨੂੰ ਆਉਣਾ ਹੀ ਨਹੀਂ ਸੀ ਚਾਹੀਦਾ। ਜਿਸ ਮਨੁੱਖ ਦਾ ਜੀਵਨ ਸ਼ਬਦ ਤੋਂ, ਨਾਮ ਤੋਂ ਵਾਂਝਾ ਹੈ, ਗੁਰੂ ਤੋਂ, ਧਰਮ ਤੋਂ ਖਾਲੀ ਹੈ, ਸਤਿਗੁਰੂ ਕਹਿੰਦੇ ਨੇ ਇਸ ਬੰਦੇ ਨੂੰ ਜਨਮ ਹੀ ਨਹੀਂ ਸੀ ਲੈਣਾ ਚਾਹੀਦਾ, ਇਹਨੂੰ ਕੋਈ ਅਧਿਕਾਰ ਹੈ ਹੀ ਨਹੀਂ ਜਿਉਣ ਦਾ। ਇਹ ਕਿਉਂ ਆਇਆ ਹੈ? ਇਹਨੇ ਇਸ ਧਰਤੀ ਤੇ ਆ ਕੇ ਗੰਦਗੀ ਕਿਉਂ ਫੈਲਾਈ? ਸਪਸ਼ਟ ਬਚਨ ਆਉਂਦੇ ਨੇ। ਕਬੀਰ ਸਾਕਤ ਤੇ ਸ਼ੂਕਰ ਭਲਾ। ਸਾਕਤ ਦਾ ਮਤਲਬ ਨਾਮ ਤੋਂ ਖਾਲੀ ਮਨੁੱਖ। ਕਬੀਰ ਸਾਕਤ ਤੇ ਸ਼ੂਕਰ ਭਲਾ। ਸ਼ੂਕਰ ਦੇ ਅਰਥ ਨੇ ਸੂਰ। ਸਾਕਤ ਨਾਲੋਂ ਜਿਹਦੇ ਮਨ ਵਿੱਚ ਪਰਮਾਤਮਾ ਦਾ ਨਾਮ ਨਹੀਂ, ਗੁਰੂ ਚਰਨਾਂ ਨਾਲ ਜੁੜਿਆ ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਵੀ ਸੂਰ ਉਹਦੇ ਨਾਲੋਂ ਚੰਗਾ ਹੈ ਕਈ ਦਰਜੇ। ਕਿਉਂਕਿ ਰੱਖ ਹੈ ਆਛਾ ਗਾਉਂ। ਜਿਸ ਪਿੰਡ ਵਿੱਚ ਸੂਰ ਰਹਿੰਦਾ ਹੈ ਉਸ ਪਿੰਡ ਦੀ ਸਫਾਈ ਕਰਦਾ ਹੈ। ਪਰ ਜਿਹੜਾ ਸਾਕਤ ਹੈ, ਸਰੀਰ ਬੜਾ ਸੋਹਣਾ ਦਿੱਤਾ ਪਰਮਾਤਮਾ ਨੇ ਉਹਨੂੰ, ਪਰ ਉਸ ਸਰੀਰ ਦੇ ਰਾਹੀਂ ਨਾਮ ਤੋਂ ਟੁੱਟ ਗਿਆ। ਸਰੀਰ ਉਹਦੇ ਕੋਲ ਹੈ, ਨਾਮ ਤੋਂ ਖਾਲੀ ਹੋ ਗਿਆ। ਹੁਣ ਕੁਝ ਵੀ ਨਾ ਕਰੇ ਤਾਂ ਵੀ ਉਹ ਪਾਪੀ ਹੈ। ਇਹ ਖਿਆਲ ਰੱਖਣਾ। ਨਾਮ ਤੋਂ ਹੀਣ ਜਿਹੜਾ ਮਨੁੱਖ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ, ਭਾਵੇਂ ਉਹ ਸਵੇਰੇ ਉੱਠ ਕੇ ਆਪਣੇ ਕਮਰੇ ਵਿੱਚ ਰਵੇ ਸਾਰਾ ਦਿਨ, ਨਾ ਕੁਝ ਵੇਖੇ, ਨਾ ਕੁਝ ਖਾਏ, ਨਾ ਕੁਝ ਪਹਿਨੇ, ਕੁਝ ਵੀ ਨਾ ਕਰੇ, ਉਹ ਕਵੇ ਮੈਂ ਪਾਪ ਕਰਦਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਕੁਝ ਨਾ ਕਰ ਫਿਰ ਵੀ ਤੂੰ ਪਾਪੀ ਹੈ, ਕਿਉਂਕਿ ਨਾਮ ਤੋਂ ਖਾਲੀ ਹੈ। ਨਾਮ ਤੋਂ ਖਾਲੀ ਹੋਣਾ, ਪਰਮਾਤਮਾ ਦੀ ਯਾਦ ਤੋਂ ਖਾਲੀ ਹੋਣਾ, ਉਹਦੇ ਪ੍ਰੇਮ ਤੋਂ ਖਾਲੀ ਹੋਣਾ, ਗੁਰੂ ਤੋਂ ਦੂਰ ਰਹਿਣਾ। ਆਦਮੀ ਭਾਵੇਂ ਕੁਝ ਵੀ ਪਾਪ ਨਾ ਕਰੇ, ਉਹ ਫਿਰ ਵੀ ਪਾਪੀ ਹੈ, ਅਪਰਾਧੀ ਹੈ। ਫਿਰ ਵੀ ਨਾਮ ਨਾ ਜਪੈ ਤੇ ਆਤਮ ਘਾਤੀ। ਇਸ ਤਰੀਕੇ ਦੇ ਨਾਲ ਹੋਰ ਵੀ ਬਚਨ ਗੁਰਬਾਣੀ ਵਿੱਚ ਆਏ, ਜਿਨ੍ਹਾਂ ਤੋਂ ਇਹ ਸਪਸ਼ਟ ਔਰ ਸਿੱਧ ਹੋ ਜਾਂਦਾ ਹੈ ਕਿ ਨਾਮਹੀਣ ਜਿਹੜਾ ਮਨੁੱਖ ਹੈ, ਸ਼ਬਦ ਤੋਂ ਬਿਨਾਂ ਹੈ, ਪਰਮਾਤਮਾ ਦੇ ਪ੍ਰੇਮ ਤੋਂ ਖਾਲੀ ਹੈ। ਗੁਰਮਤਿ ਨੇ, ਅਧਿਆਤਮਵਾਦ ਨੇ, ਭਗਤਾਂ ਨੇ, ਗੁਰੂ ਸਾਹਿਬਾਨ ਨੇ ਐਸੇ ਜੀਵਨ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਵੀ ਇਹ ਬਿਲਕੁਲ ਠੀਕ ਹੈ। ਹੋਰ ਉਦਾਹਰਨ ਦਿਆਂ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਜਿਸ ਬੰਦੇ ਦੇ ਮਨ ਵਿੱਚ ਨਾਮ ਦਾ ਨਿਵਾਸ ਨਹੀਂ ਹੋਇਆ, ਉਸ ਦੀ ਮਾਂ ਜਿਹੜੀ ਹੈ, ਉਹਦੀ ਜਿਹੜੀ ਮਾਤਾ ਹੈ, ਉਹਨੂੰ ਬਾਂਝ ਰਹਿ ਜਾਣਾ ਚਾਹੀਦਾ ਸੀ। ਬਾਂਝਪਣ ਇੱਕ ਬਿਮਾਰੀ ਹੈ ਕਿ ਜਦੋਂ ਕਿਸੇ ਇਸਤਰੀ ਦੇ ਘਰ ਵਿੱਚ ਸੰਤਾਨ ਪੈਦਾ ਨਹੀਂ ਹੁੰਦੀ। ਬੜਾ ਸਖਤ ਬਚਨ ਹੈ। ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁੰਝੀ ਦੇ ਫਿਰੈ ਬਿਨ ਨਾਵੈ, ਓਏ ਖੱਪ ਖੱਪ ਮੋਏ ਕਰਾਂਝਾ। ਇਹ ਸਾਰੇ ਜਿਹੜੇ ਸ਼ਬਦ ਨੇ ਕੀ ਕਹਿ ਰਹੇ ਨੇ? ਇਹ ਸਪਸ਼ਟ ਕਹਿ ਰਹੇ ਨੇ ਕਿ ਨਾਮਹੀਣ ਜਿਹੜਾ ਜੀਵਨ ਹੈ, ਪਰਮਾਤਮਾ ਨੇ, ਗੁਰੂ ਨੇ ਉਸ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ। ਹੁਣ ਇੱਥੋਂ ਤੱਕ ਇੱਕ ਵਿਸ਼ਾ ਥੋੜ੍ਹੇ ਮਿੰਟਾਂ ਵਿੱਚ ਸਾਡੀ ਸਮਝ ਵਿੱਚ ਆ ਗਿਆ ਹੋਵੇਗਾ ਕਿ ਜਿਸ ਗੁਰੂ ਨੂੰ ਅਸੀਂ ਗੁਰੂ ਕਹਿੰਦੇ ਹਾਂ, ਉਹਨੇ ਬਿਲਕੁਲ 100% ਸਪਸ਼ਟ ਕਰ ਦਿੱਤਾ ਹੈ ਕਿ ਧਰਮ ਤੋਂ ਬਿਨਾਂ ਮਨੁੱਖ ਪਰਮਾਤਮਾ ਨੂੰ ਪ੍ਰਵਾਨ ਹੈ ਨਹੀਂ, ਕੋਈ ਪ੍ਰਵਾਨਗੀ ਨਹੀਂ ਹੈ। ਹੁਣ ਦੂਸਰਾ ਵਿਸ਼ਾ ਥੋੜ੍ਹਾ ਜਿਹਾ ਇਹਦੇ ਵਿੱਚ ਲੈਣਾ ਚਾਹੁੰਦਾ। ਅੱਗੇ ਜਾ ਕੇ ਗੁਰੂ ਸਾਹਿਬ ਨੇ ਬਚਨ ਕਹੇ ਨੇ ਕਿ ਜਿਹੜਾ ਮਨਮੁਖ ਹੈ ਉਹਦੇ ਤੋਂ ਪਾਪ ਵੀ ਉਹੀ ਕਰਵਾ ਰਿਹਾ ਹੈ। ਇੱਥੇ ਜਾ ਕੇ ਫਿਰ ਦੁਬਿਧਾ ਪੈਣ ਦੀ ਸੰਭਾਵਨਾ ਹੈ। ਉਹ ਜਿਸ ਸੰਬੰਧ ਵਿੱਚ ਗਿਆ, ਉਹ ਦੋ ਕਾਰਨ ਸਨ, ਧਿਆਨ ਰੱਖਣਾ। ਉਹਦੇ ਕਾਰਨ ਦੋ ਸਨ
ਇੱਕ ਤੇ ਜਿਹੜਾ ਧਾਰਮਿਕ ਜਗਿਆਸੂ ਹੈ, ਜਦੋਂ ਉਹ ਸੱਚੇ ਮਾਰਗ ਤੇ ਚੱਲਦਾ ਹੈ ਤੇ ਦੂਸਰਿਆਂ ਨਾਲੋਂ ਉੱਚਾ ਹੋਣਾ ਸ਼ੁਰੂ ਕਰ ਦਿੰਦਾ, ਉਹਦਾ ਜੀਵਨ ਉਚਾਈ ਆਉਣੀ ਸ਼ੁਰੂ ਹੋ ਜਾਂਦੀ, ਉਹਦੇ ਵਿੱਚ ਚੰਗਿਆਈ ਆਉਣੀ ਸ਼ੁਰੂ ਹੋ ਜਾਂਦੀ। ਤੇ ਉਸ ਚੰਗਿਆਈ ਦਾ ਇੱਕ ਗੁਮਾਨ, ਇੱਕ ਛੋਟਾ ਜਿਹਾ ਮਾਣ, ਇੱਕ ਹੰਕਾਰ ਬਣਨ ਦੀ ਸੰਭਾਵਨਾ ਉਹਦੇ ਵਿੱਚ ਬਣ ਜਾਂਦੀ ਹੈ ਕਿ ਮੈਂ ਦੂਸਰਿਆਂ ਤੋਂ ਸ੍ਰੇਸ਼ਟ ਹਾਂ। ਕੁਦਰਤੀ ਤੌਰ 'ਤੇ ਉਹ ਦੂਸਰਿਆਂ ਨੂੰ ਵੇਖਦਾ ਹੈ ਕਿ ਉਹ ਗਲੀਚ ਨੇ, ਉਹ ਨੀਵੇਂ ਨੇ, ਉਹ ਪਾਪ ਕਰ ਰਹੇ ਨੇ, ਉਹ ਅਪਰਾਧੀ ਨੇ, ਉਹ ਵਿਕਾਰੀ ਨੇ। ਤੇ ਗੁਰੂ ਸਾਹਿਬ ਨੂੰ ਇਸ ਗੱਲ ਦਾ ਖਤਰਾ ਹੈ ਕਿ ਜਿਹੜਾ ਸਿੱਖ ਚੰਗਿਆਈ ਦੇ ਰਸਤੇ 'ਤੇ ਤੁਰਿਆ, ਪਰਮਾਤਮਾ ਦੇ ਨਾਮ ਨਾਲ ਜੁੜ ਗਿਆ, ਸੰਭਾਵਨਾ ਹੈ ਕਿ ਮਾੜੇ ਮਨੁੱਖ ਨੂੰ ਦੇਖ ਕੇ, ਵਿਕਾਰੀ ਮਨੁੱਖ ਨੂੰ ਦੇਖ ਕੇ, ਹੰਕਾਰੀ ਮਨੁੱਖ ਨੂੰ ਦੇਖ ਕੇ ਇਹਦੀ ਜਿਹੜੇ ਮਨ ਦੀ ਦਸ਼ਾ ਹੈ ਉਹਦੇ ਵਿੱਚ ਇਸ ਵਿਕਾਰੀ ਬੰਦੇ ਦੀ ਨਿੰਦਿਆ ਦਾ ਭਾਵ ਪੈਦਾ ਹੋ ਜਾਏਗਾ ਵੀ ਇਹ ਬੰਦਾ, ਇਹ ਮਨੁੱਖ ਸੰਸਾਰ ਦੇ ਵਿੱਚ ਅਤ ਨੀਵਾਂ ਜਿਉ ਰਿਹਾ ਹੈ। ਜੇ ਉੱਥੇ ਇਹ ਰੁਕ ਗਿਆ, ਕਈ ਧਾਰਮਿਕ ਬੰਦੇ ਤੁਸੀਂ ਦੇਖੋਗੇ ਉਹ ਸਭ ਕੁਝ ਕਰਦੇ ਨੇ, ਨਿਤਨੇਮ, ਗੁਰਦੁਆਰਾ ਸਭ ਕੁਝ ਹੈ, ਬੜਾ ਸਹੀ ਜੀਵਨ ਚੱਲ ਰਿਹਾ ਹੈ, ਪਰ ਜਦੋਂ ਕੋਲ ਆ ਕੇ ਬੈਠਣਗੇ ਨਾ, ਸਾਰੇ ਸੰਸਾਰ ਦੀ ਵਿਆਖਿਆ ਕਰਨੀ ਸ਼ੁਰੂ ਕਰ ਦੇਣ। ਬਹੁਤ ਪਾਪ ਫੈਲ ਗਿਆ ਹੈ, ਦੁਨੀਆ ਬਹੁਤ ਗਰਕ ਹੋ ਗਈ ਹੈ, ਧਰਮ ਕਿਤੇ ਰਿਹਾ ਹੀ ਨਹੀਂ। ਉਸ ਆਦਮੀ ਨੂੰ ਉੱਥੇ ਖਤਰਾ ਹੈ ਵੀ ਉਹ ਦੁਨੀਆ ਦੀ ਵਿਆਖਿਆ ਵਿੱਚ ਇੰਨਾ ਫਸ ਜਾਏਗਾ ਵੀ ਉਹਨੂੰ ਆਪਣਾ ਸਫ਼ਰ ਕਰਨਾ ਭੁੱਲ ਸਕਦਾ ਹੈ। ਉਹ ਲੋਕਾਂ ਬਾਰੇ ਬੋਲਦਾ ਰਹੇਗਾ, ਲੋਕਾਂ ਬਾਰੇ ਸੋਚਦਾ ਰਹੇਗਾ। ਉਸ ਬੰਦੇ ਦੀ ਜਿਹੜੀ ਬੁੱਧੀ ਹੈ, ਉਹ ਸੰਸਾਰ ਦੀ ਵਿਚਾਰਧਾਰਾ ਵਿੱਚ ਵਿਤਰੇਕ ਬੁੱਧੀ ਜਿਹਨੂੰ ਕਹਿੰਦੇ ਨੇ, ਤਰਕ ਪੈਦਾ ਹੋ ਜਾਏਗਾ ਉਹਦੇ ਵਿੱਚ। ਹਰ ਇੱਕ ਬੰਦੇ ਦੀ ਕਮੀ ਦੀ ਵਿਆਖਿਆ ਦਿਨ ਰਾਤ ਕਰਨੀ ਸ਼ੁਰੂ ਕਰ ਦੇਗਾ। ਸਤਿਗੁਰੂ ਨੂੰ ਪਤਾ ਸੀ ਕਿ ਇੱਥੇ ਆ ਕੇ ਗੁਰਸਿੱਖ ਇਸ ਰਾਹ 'ਤੇ ਅਟਕ ਜਾਏਗਾ, ਫਸ ਜਾਏਗਾ, ਜੀਵਨ ਨੂੰ ਖਰਾਬ ਕਰ ਲਏਗਾ। ਉਸ ਬਿਮਾਰੀ ਤੋਂ ਬਚਣ ਵਾਸਤੇ ਗੁਰੂ ਗ੍ਰੰਥ ਸਾਹਿਬ ਨੇ ਹੋਰ ਦਵਾਈ ਦਿੱਤੀ, ਕਿਉਂਕਿ ਕਈ ਬਿਮਾਰੀਆਂ ਨੇ ਨਾ, ਜਿਵੇਂ ਸਰੀਰ ਦੀਆਂ ਕਈ ਬਿਮਾਰੀਆਂ ਨੇ, ਇਸ ਤਰ੍ਹਾਂ ਮਨ ਦੀਆਂ ਵੀ ਕਈ ਬਿਮਾਰੀਆਂ ਨੇ। ਉੱਥੇ ਗੁਰੂ ਸਾਹਿਬ ਨੇ ਸ਼ਬਦ ਦੀ ਦਵਾਈ ਹੋਰ ਦਿੱਤੀ। ਉਹਨਾਂ ਨੇ ਕਿਹਾ, ਸਿੱਖਾ ਇਹ ਸ਼ਬਦ ਜ਼ਰੂਰ ਪੜ੍ਹਿਆ ਕਰ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਭਾਵਨਾ ਰੱਖ ਮਨ ਵਿੱਚ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਹੈਣ ਉਹ ਬੁਰੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਗੁਰਬਾਣੀ ਦੇ ਅੰਦਰ ਜਿਹੜੀਆਂ ਜਿਹੜੀਆਂ ਪੰਕਤੀਆਂ ਉਚਾਰੀਆਂ ਗਈਆਂ ਨੇ, ਉਹ ਸਮੇਂ ਦੇ ਭੇਦ ਵਿੱਚ ਉਚਾਰੀਆਂ ਗਈਆਂ, ਸਮਝ ਲੈਣਾ। ਸਾਰੀਆਂ ਪੰਕਤੀਆਂ ਸਾਰੇ ਲੋਕਾਂ ਵਾਸਤੇ ਨਹੀਂ ਹਨ। ਸਾਰੇ ਸ਼ਬਦ ਜਿਹੜੇ ਨੇ 1430 ਅੰਗ ਨੇ ਨਾ, ਹਜ਼ਾਰਾਂ ਸ਼ਬਦ ਨੇ। ਤਾਂ ਗੱਲ ਤਾਂ ਇੱਕੋ ਹੀ ਹੈ ਕਿ ਪਰਮਾਤਮਾ ਨੂੰ ਚੇਤੇ ਰੱਖਣਾ ਚਾਹੀਦਾ। ਪਰ ਇੰਨੇ ਸ਼ਬਦ ਕਿਉਂ? ਕਿਉਂਕਿ ਜਿੰਨੇ ਮਨ ਦੀਆਂ ਭੂਮਿਕਾਵਾਂ ਹਨ, ਜਿੰਨਾ ਇਸ ਸਫ਼ਰ ਦੇ ਵਿੱਚ ਮੰਜ਼ਲਾਂ ਆਉਂਦੀਆਂ ਨੇ ਤੇ ਰੁਕਾਵਟਾਂ ਤੇ ਬਿਮਾਰੀਆਂ ਲੱਗਦੀਆਂ ਨੇ, ਸਾਰਿਆਂ ਦੀ ਦਵਾਈ ਅਲੱਗ-ਅਲੱਗ ਹੈ। ਜਿਵੇਂ ਇੱਕ ਮੈਡੀਸਨ ਸਟੋਰ ਭਰਿਆ ਹੋਇਆ, ਤੁਸੀਂ ਵੇਖਦੇ ਹੋ ਕਿਤੇ ਵੱਡੇ ਸਟੋਰ ਵਿੱਚ ਆਦਮੀ ਜਾਏ ਤੇ ਵੇਖ ਕੇ ਘਬਰਾ ਜਾਂਦਾ ਵੀ ਇੰਨੀਆਂ ਦਵਾਈਆਂ ਇੱਕ ਆਦਮੀ ਵਾਸਤੇ। ਉਹਨਾਂ ਨੂੰ ਤੇ ਸਮਝਣਾ ਵੀ ਮੁਸ਼ਕਲ ਹੋ ਜਾਂਦਾ। ਜਿਹੜਾ ਹਰ ਰੋਜ਼ ਦਿੰਦਾ ਹੈ, ਉਸ ਨੂੰ ਵੀ ਵਿੱਚ ਫੀਡ ਕਰਨਾ ਪੈਂਦਾ ਲਿਖ ਲਿਖ ਕੇ, ਇੰਨੀਆਂ ਦਵਾਈਆਂ ਹਨ। ਪਰ ਉਹ ਸਾਰੀਆਂ ਦਵਾਈਆਂ ਸਾਰਿਆਂ ਵਾਸਤੇ ਨਹੀਂ ਹਨ। ਉਹ ਇੱਕ ਦਵਾਈ ਕਿਸੇ ਇੱਕ ਆਦਮੀ ਵਾਸਤੇ ਹੈ। ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸ਼ਬਦਾਂ ਦੀ ਦਵਾਈ ਹੈ, ਇਹ ਬੜੀ ਮੁਸ਼ਕਲ ਨਾਲ ਸੈਟਿੰਗ ਜੀਵਨ ਵਿੱਚ, ਇਹ ਜੁਗਤ ਸਮਝ ਵਿੱਚ ਆਉਂਦੀ ਕਿ ਮੇਰਾ ਸ਼ਬਦ ਕਿਹੜਾ ਹੈ, ਇਹਦੇ ਵਿੱਚ ਗੁਰੂ ਨੇ ਮੇਰੇ ਵਾਸਤੇ ਕੀ ਕਿਹਾ ਹੈ। ਤਾਂ ਉਸ ਥਾਂ 'ਤੇ ਜਿੱਥੇ ਗੁਰੂ ਸਾਹਿਬ ਨੇ ਕਿਹਾ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਅਪਰਾਧੀ ਨੂੰ ਵੀ ਉਹਦੇ ਵਿੱਚੋਂ ਵੀ ਪਰਮਾਤਮਾ ਦੇ ਦੀਦਾਰ। ਹਰ ਇੱਕ ਦਾ, ਭਾਵੇਂ ਉਹ ਪਾਪ ਵੀ ਕਰ ਰਿਹਾ, ਉਹਦਾ ਵੀ ਇਉਂ ਪ੍ਰਤੀਤ ਹੋਣਾ ਵੀ ਉਹ ਵੀ ਠੀਕ ਕਰ ਰਿਹਾ ਹੈ, ਹਾਲਾਂਕਿ ਉਹ ਠੀਕ ਹੈ ਨਹੀਂ। ਇਸ ਗੱਲ ਨੂੰ ਸਮਝਣਾ। ਬੜੇ ਸੱਜਣ ਕਹਿੰਦੇ ਜਦੋਂ ਪਰਮਾਤਮਾ ਕਰਾਏਗਾ ਉਦੋਂ ਅਸੀਂ ਕਰ ਲਾਂਗੇ। ਇਹ ਵਿਚਾਰ ਮੇਰੀ ਸਮਝ ਵਿੱਚ ਨਹੀਂ ਆਉਂਦਾ।
ਪਰਮਾਤਮਾ ਕਰਾਏਗਾ ਉਹੀ ਅਸੀਂ ਕਰਾਂਗੇ। ਇਹ ਤੇ ਬ੍ਰਹਮ ਗਿਆਨੀ ਦੀ ਸੰਪੂਰਨ ਅਵਸਥਾ ਹੈ ਵੀ ਉਹ ਹੀ ਕਰਦਾ ਜਿਹੜਾ ਪਰਮਾਤਮਾ ਕਰਾ ਰਿਹਾ ਹੈ, ਦੂਸਰਾ ਉਹ ਕਰਦਾ ਹੀ ਨਹੀਂ। ਜਿੱਥੇ ਨੀਵੀਂ ਪੱਧਰ ਤੇ ਅਸੀਂ ਜੀ ਰਹੇ ਹਾਂ ਉੱਥੇ ਪਰਮਾਤਮਾ ਜੋ ਕੁਝ ਕਰਾਉਣਾ ਚਾਹੁੰਦਾ ਅਸੀਂ ਉਹ ਨਹੀਂ ਕਰ ਰਹੇ, ਸੱਚਾਈ ਹੈ, ਗਲਤ ਕਰ ਰਹੇ ਹਾਂ। ਇਹ ਸਮਝ ਲੈਣਾ ਚਾਹੀਦਾ। ਤਾਂ ਹੀ ਤੇ ਸਾਰਾ ਸੰਸਾਰ ਗਲਤੀ ਨੂੰ ਭਾਣਾ ਕਹਿ ਕੇ ਸਵੀਕਾਰ ਕਰੀ ਜਾਂਦਾ। ਲੋਕ ਕਹਿ ਦਿੰਦੇ ਨੇ ਭਾਣੇ ਦੇ ਵਿੱਚ ਹੀ ਸਭ ਕੁਝ। ਕਦੀ ਬੰਦੇ ਨੇ ਇਹ ਨਹੀਂ ਕਿਹਾ ਵੀ ਸਾਹਮਣੇ ਜ਼ਹਿਰ ਪਈ ਹੈ ਤੇ ਮੈਂ ਇਹ ਜ਼ਹਿਰ ਨੂੰ ਖਾਣ ਲੱਗਾ ਤੇ ਭਾਣਾ ਹੈ ਉਹਦਾ, ਇਹ ਨਹੀਂ ਕਹਿੰਦਾ ਕਦੀ। ਪਤਾ ਹੈ ਨਾ ਉਸ ਦਾ ਮੌਤ ਹੋ ਜਾਏਗੀ, ਇਹਦਾ ਸਰੀਰ ਮਰ ਜਾਏਗਾ। ਇਹ ਨਹੀਂ ਕਹਿੰਦਾ ਕਦੀ। ਪਹਿਲਾਂ ਕਹਿ ਕੇ ਵੀ ਭਾਣਾ ਹੋਣ ਲੱਗਾ ਜੇ ਪਰਮਾਤਮਾ ਨੇ ਕਿਹਾ ਜ਼ਹਿਰ ਖਾ ਲਓ, ਨਹੀਂ ਕਿਹਾ ਉਸਨੇ। ਤਾਂ ਆਦਮੀ ਇਹਨਾਂ ਗਲਤ ਰਾਹਾਂ ਨੂੰ ਚੁਣ ਲੈਂਦਾ ਹੈ ਕਿ ਜੋ ਕੁਝ ਮੈਂ ਕਰ ਰਿਹਾ ਉਹ ਰੱਬ ਹੀ ਕਰਾ ਰਿਹਾ ਹੈ। ਉਹ ਕਰਾਉਣ ਨਾਲ ਸਹਿਮਤ ਨਹੀਂ। ਉਹ ਤਾਂ ਇੱਕ ਜਗਿਆਸੂ ਦੀ ਦਸ਼ਾ ਦੇ ਸ਼ਬਦ ਨੇ, ਜਿਹਦੇ ਵਿੱਚ ਜਦੋਂ ਆਦਮੀ ਅੱਗੇ ਤੁਰ ਪੈਂਦਾ ਹੈ ਤੇ ਉਹਦੇ ਮਨ ਵਿੱਚ ਹਉਮੈ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਕਿ ਉਹ ਬੁਰੇ ਲੋਕਾਂ ਨੂੰ, ਮਾੜੇ ਲੋਕਾਂ ਨੂੰ ਵੇਖ ਕੇ ਉਹਦੇ ਵਿੱਚ ਹੰਕਾਰ ਬਣੇਗਾ ਕਿ ਮੈਂ ਬਹੁਤ ਉੱਚਾ, ਇਹ ਬਹੁਤ ਨੀਵੇਂ ਨੇ। ਉਹਨੂੰ ਬਚਾਉਣ ਵਾਸਤੇ ਸ਼ਬਦ ਕਹੇ ਗਏ। ਇਹ ਦੂਸਰੀ ਦਸ਼ਾ ਹੈ। ਦੋ ਚੀਜ਼ਾਂ ਆਪ ਜੀ ਦੀ ਸਮਝ ਵਿੱਚ ਆ ਗਈਆਂ ਹੋਣਗੀਆਂ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੁਰਾਈ ਦੇ ਉੱਤੇ ਟਿਕ ਮਾਰ ਨਹੀਂ ਕਰਦੇ ਵੀ ਇਹ ਠੀਕ ਹੈ। ਜੋ ਸਮਾਜ ਵਿੱਚ, ਸੰਸਾਰ ਵਿੱਚ ਗੁਰਮਤ ਤੋਂ ਦੂਰ ਕਰਮ ਚੱਲ ਰਹੇ ਨੇ ਉਹਨਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਹਿਮਤ ਹੈ ਨਹੀਂ। ਫਿਰ ਜਿੱਥੇ ਜਾ ਕੇ ਵਿੱਚ ਸ਼ਬਦ ਆਉਣਗੇ ਬਈ ਕੋਈ ਵੀ ਮਾੜਾ ਨਹੀਂ, ਸਾਰੇ ਚੰਗੇ ਨੇ, ਉਹ ਸ਼ਬਦ ਕੇਵਲ ਉਸ ਜਗਿਆਸੂ ਵਾਸਤੇ ਨੇ ਜਿਹੜਾ ਸੰਸਾਰ ਤੋਂ ਉੱਚਾ ਉੱਠ ਕੇ ਧਰਮ ਨੂੰ ਕਮਾਉਣ ਲੱਗ ਪਿਆ ਹੈ, ਤਾਂ ਕਿ ਉਹਦੇ ਵਿੱਚ ਹਉਮੈ ਨਾ ਆਵੇ। ਦੋ ਚੀਜ਼ਾਂ ਸਪਸ਼ਟ ਹੋ ਗਈਆਂ। ਹੁਣ ਤੀਸਰੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਇਹ ਜਿਹੜੇ ਤੀਸਰੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਪਾਪੀ ਤੋਂ ਪਾਪ ਵੀ ਉਹ ਕਰਵਾ ਰਿਹਾ ਹੈ, ਚੰਗੇ ਮਨੁੱਖ ਤੋਂ ਚੰਗਿਆਈ ਵੀ ਉਹ ਕਰਾ ਰਿਹਾ ਹੈ। ਇਹ ਦਸ਼ਾ ਇੱਕ ਸੰਪੂਰਨ ਬ੍ਰਹਮ ਗਿਆਨੀ ਦੀ ਹੈ, ਜਿੱਥੇ ਜਾ ਕੇ ਹਰ ਇੱਕ ਦੇਹ ਦੇ ਵਿੱਚ ਉਹਨੂੰ ਪਰਮਾਤਮਾ ਹੀ ਵਰਤਦਾ ਦਿਸਦਾ ਹੈ, ਜਿਹਨੂੰ ਸਤਿਗੁਰੂ ਨੇ ਕਿਹਾ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਉੱਥੇ ਜਾ ਕੇ ਉਹਦੀ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਇੱਕ ਅਪਰਾਧੀ ਮਨੁੱਖ ਹੈ, ਇੱਕ ਆਦਮੀ, ਕਿੰਨੀ ਤਰ੍ਹਾਂ ਦੀਆਂ ਬੁਰਾਈਆਂ ਨੇ। ਮੈਂ ਥੋੜ੍ਹੀਆਂ ਜਿਹੀਆਂ ਚੁਣ ਲਵਾਂ। ਅੱਜ ਕੱਲ੍ਹ ਤੇ ਸਮਾਜ ਵਿੱਚ ਬੁਰਾਈਆਂ ਦਾ ਹੜ੍ਹ ਆਇਆ ਹੋਇਆ ਬਹੁਤ ਨੇ। ਜੇ ਇਸ ਦੀ ਵਿਆਖਿਆ ਕਰਨੀ ਹੋਵੇ ਤੇ ਚੰਗਿਆਈ ਭੁੱਲ ਹੀ ਜਾਏਗੀ। ਜੇ ਬੁਰਾਈ ਦੀ ਸਾਰੀ ਵਿਆਖਿਆ ਕਰ ਦਈਏ ਤੇ ਆਦਮੀ ਬੁਖਲਾ ਜਾਏਗਾ ਵੀ ਇਹ ਤੇ ਸਾਰਾ ਕੁਝ ਹੀ ਗਲਤ ਹੋ ਗਿਆ। ਤਾਂ ਖਾਸ ਤੌਰ ਤੇ ਜਿਹੜੀਆਂ ਬੁਰਾਈਆਂ ਨੇ, ਨਸ਼ਾ ਹੈ, ਭਰੂਣ ਹੱਤਿਆ ਹੈ, ਦਾਜ ਦਹੇਜ ਦੀ ਸਮੱਸਿਆ, ਜਿੱਥੇ ਹਰ ਰੋਜ਼ ਬੱਚੀਆਂ ਸਾੜੀਆਂ ਜਾਂਦੀਆਂ ਦਾਜ ਵਾਸਤੇ, ਇਹ ਸਾਰੀਆਂ ਚੀਜ਼ਾਂ ਹਨ ਨਾ। ਤੇ ਇਹ ਕੰਮ ਗੁਰੂ ਨੇ ਕਿਹਾ ਸੀ ਵੀ ਕੁੜੀ ਮਾਰਨ ਨਾਲ ਵਰਤਣਾ ਨਹੀਂ, ਖਿਆਲ ਰੱਖਣਾ। ਦਾਜ ਤੇ ਪਾਬੰਦੀ ਹੈ ਗੁਰਮਤਿ ਦੇ ਅੰਦਰ। ਦਹੇਜ ਜਿਹੜਾ ਜੇ ਇਹਦਾ ਕੋਈ ਪ੍ਰਗਟਾਵਾ ਕਰਦਾ ਤੇ ਇਸ ਲਈ ਅਸੀਂ ਕਹਿੰਦੇ ਹਾਂ ਸਿੱਖੀ ਬਚੇ ਨਹੀਂ। ਅਸੀਂ ਸਿੱਖੀ ਵਾਲੇ ਕਰਮ ਕਿਹੜੇ ਕਰ ਰਹੇ ਹਾਂ? ਗੁਰੂ ਨੇ ਕਿਹਾ ਵੀ ਗੁਰੂ ਸਿੱਖਾ ਤੂੰ ਜਿਹੜਾ ਕੁੜੀ ਮਾਰ ਹੈ ਉਹਦੇ ਨਾਲ ਵਰਤਾਵ ਨਹੀਂ ਕਰਨਾ, ਵਰਤਾਵ ਨਹੀਂ ਕਰਨਾ ਉਹਦੇ ਨਾਲ। ਗੁਰੂ ਨੇ ਕਿਹਾ ਸੀ ਵਰਤਾਵ ਨਹੀਂ ਕਰਨਾ। ਤੇ ਹੁਣ ਜਿਹੜਾ ਸਾਰਿਆਂ ਤੋਂ ਵੱਡਾ ਸੇਵਾਦਾਰ ਉਹ ਹੱਥ ਵਿੱਚ ਚਾਕੂ ਲੈ ਕੇ ਫਿਰਦਾ ਵੀ ਲੜਕੀ ਪੈਦਾ ਹੋਣ ਵਾਲੀ, ਇਹਨੂੰ ਮਾਰਨਾ ਕਿਵੇਂ ਹੈ, ਖਤਮ ਕਿਵੇਂ ਕਰਨਾ ਇਸ ਨੂੰ। ਲੋਕ ਉਹਨੂੰ ਸੇਵਾਦਾਰ ਕਹਿੰਦੇ ਹੋਣਗੇ, ਬਹੁਤ ਵੱਡਾ, ਬੜਾ ਵੱਡਾ ਧਾਰਮਿਕ ਮਨੁੱਖ, ਬੜੇ ਸਮਾਗਮਾਂ ਵਿੱਚ ਜਾਣ ਵਾਲਾ, ਪਰ ਕਦੀ ਗੁਰੂ ਗੋਬਿੰਦ ਸਿੰਘ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖਿਆ ਹੈ? ਫਿਰ ਉਹ ਕਹਿ ਦਿੰਦੇ ਨੇ ਜੀ ਮਜਬੂਰੀ ਹੈ ਸਾਡੀ, ਕੀ ਕਰੀਏ। ਦਾਜ ਕੌਣ ਦੇਗਾ ਲੜਕੀ ਨੂੰ? ਕੌਣ ਇਹਦੀ ਸ਼ਾਦੀ ਕਰੇਗਾ? ਕੌਣ ਇਹਦੀ ਹਿਫਾਜ਼ਤ ਕਰੇਗਾ? ਤੇ ਜੇ ਦਾਜ ਦੀ ਸਮੱਸਿਆ ਬਣੀ ਸੰਸਾਰ ਦੇ ਵਿੱਚ, ਬੁਰਾਈ ਪੈਦਾ ਹੋਈ, ਉਹ ਵੀ ਤੇ ਬੰਦੇ ਨੇ ਬਣਾਈ ਹੈ ਨਾ, ਉਹ ਵੀ ਆਦਮੀ ਨੇ ਪੈਦਾ ਕੀਤੀ। ਕੋਈ ਕੁਦਰਤ ਵੱਲੋਂ ਥੋੜ੍ਹੀ ਦਾਜ ਬਣਾਇਆ ਗਿਆ ਹੈ। ਪਰਮਾਤਮਾ ਨੇ ਕਿੱਥੇ ਪੈਦਾ ਕੀਤਾ ਸੀ ਦਾਜ ਦਹੇਜ? ਕਿੱਥੇ ਬਣਾਇਆ ਸੀ? ਇਹ ਤਾਂ ਆਪ ਹੀ ਮਨੁੱਖ ਨੇ ਪੈਦਾ ਕੀਤਾ ਹੈ, ਔਰ ਉਸ ਸ਼੍ਰੇਣੀ ਨੇ ਪੈਦਾ ਕੀਤਾ ਹੈ। ਇਸ ਲਈ ਕਹਿੰਦੇ ਨੇ
ਬੱਚੀਆਂ ਨੂੰ ਮਾਰਨ ਲਈ ਜ਼ਿੰਮੇਵਾਰ ਬੱਚੀਆਂ ਹੀ ਹਨ, ਮਾਈਆਂ ਹੀ ਹਨ। ਕਿਉਂਕਿ ਦਾਜ ਦੀ ਸਮੱਸਿਆ ਜਿਹੜੀ 100 ਵਿੱਚੋਂ 90% ਜਿੱਥੇ ਵੀ ਇਹ ਘਟਨਾ ਵਾਪਰਦੀ ਉਹਦੇ ਪਿੱਛੇ ਉਸ ਘਰ ਦੀ ਵੱਡੀ ਮਾਈ ਹੁੰਦੀ ਹੈ, ਉਹਦੀ ਸੱਸ ਹੁੰਦੀ ਹੈ ਲੜਕੀ ਦੀ। ਉਹ ਕਹਿੰਦੀ ਵੀ ਇਹ ਚਾਹੀਦਾ, ਇਹ ਚਾਹੀਦਾ, ਆਦਮੀ ਉਹਦੇ ਪਿੱਛੇ ਹੁੰਦਾ ਹੈ। ਤਾਂ ਇਹਨਾਂ ਬੁਰਾਈਆਂ ਨੂੰ ਆਦਮੀ ਨੇ ਜਨਮ ਦਿੱਤਾ ਹੈ। ਅਸੀਂ ਅੱਜ ਕਹਿੰਦੇ ਹਾਂ ਜੋ ਕੁਝ ਹੋ ਰਿਹਾ ਜੀ ਭਾਣੇ ਵਿੱਚ ਹੀ ਹੋ ਰਿਹਾ। ਗੁਰੂ ਨੇ ਭਾਣਾ ਦਿੱਤਾ ਸੀ ਕਿਤੇ ਬਣਾਈਆਂ ਸਨ ਇਹ ਚੀਜ਼ਾਂ ਬੁਰਾਈਆਂ। ਜਿਹੜਾ ਮੈਂ ਵਿਸ਼ਾ ਲੈ ਰਿਹਾ ਸੀ ਉਹਨੂੰ ਕਲੀਅਰ ਕਰਾਂ ਸਮੇਂ ਵਿੱਚ ਕਿ ਤੀਸਰੀ ਅਵਸਥਾ ਹੁਣ ਪਾਪੀ ਪਾਪ ਕਰ ਰਿਹਾ ਹੈ। ਇੱਕ ਨਸ਼ਈ ਬੰਦਾ ਨਸ਼ਾ ਪੀ ਰਿਹਾ ਤੇ ਗੁਰੂ ਸਾਹਿਬ ਕਹਿੰਦੇ ਇਹ ਵੀ ਤੇਰੇ ਹੁਕਮ ਦੁਆਰਾ ਹੀ ਹੋ ਰਿਹਾ ਹੈ। ਵਿੱਚ ਇੱਕ ਸ਼ਬਦ ਆਇਆ ਵਾਰ-ਵਾਰ, ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਥੇ ਕਹਿਣ ਦਾ ਭਾਵ ਕੀ ਹੈ? ਇੱਥੇ ਗੁਰੂ ਸਾਹਿਬ ਇੱਕ ਸੱਚਾਈ ਬਿਆਨ ਕਰ ਰਹੇ ਨੇ ਕਿ ਪਰਮਾਤਮਾ ਨੇ ਤੈਨੂੰ ਸ਼ਕਤੀ ਦਿੱਤੀ ਸੀ, ਤੇਰੇ ਅੰਦਰ ਤਾਕਤ ਪਾਈ ਸੀ, ਪਰ ਤੂੰ ਉਸ ਸ਼ਕਤੀ ਦੀ ਦੁਰਵਰਤੋਂ ਕਰ ਰਿਹਾ ਹੈ। ਅੱਜ ਤੂੰ दारू ਪੀ ਰਿਹਾ ਹੈ, ਅੱਜ ਠੇਕੇ ਵੱਲ ਜਾ ਰਿਹਾ ਹੈ, ਪਰ ਜਾ ਤੂੰ ਉਸ ਸ਼ਕਤੀ ਦੁਆਰੇ ਰਿਹਾ ਜਿਹੜੀ ਪਰਮਾਤਮਾ ਨੇ ਵਿੱਚ ਪਾਈ ਹੈ। ਜਿੱਦਣ ਮੌਤ ਹੋ ਗਈ, ਜਿੱਦਣ ਅੰਦਰੋਂ ਜੋਤ ਨਿਕਲ ਗਈ, ਉਦਣ ਕੋਈ ਮਨੁੱਖ ਕਿਵੇਂ ਨਸ਼ਾ ਖਾ ਸਕਦਾ? ਅੰਦਰ ਤਾਕਤ ਉਹਦੀ ਹੈ, ਦੁਰਵਰਤੋਂ ਆਦਮੀ ਕਰੀ ਜਾ ਰਿਹਾ ਹੈ, ਗਲਤ ਵਰਤੋਂ ਉਹਦੀ ਕਰ ਰਿਹਾ ਹੈ। ਤਾਂ ਉਸ ਦਸ਼ਾ ਵਿੱਚ ਜਿਹੜਾ ਬ੍ਰਹਮ ਗਿਆਨੀ ਹੈ ਨਾ, ਅੰਦਰ ਵਰਤਦੀ ਜੋਤ ਨੂੰ ਦੇਖਦਾ ਹੈ। ਤੇ ਇਹ ਤੀਸਰੀ ਦਸ਼ਾ ਹੈ ਜਿਹਦੇ ਅੰਦਰ ਉਹਦੀ ਨਜ਼ਰ ਜਾਂਦੀ ਹੈ ਸਾਰਿਆਂ ਤੇ, ਪਾਪੀਆਂ ਤੇ ਪੁੰਨੀਆਂ ਤੇ ਉਹ ਵੇਖ ਲੈਂਦਾ ਹੈ ਕਿ ਪਾਪ ਵੀ ਅਕਾਲ ਪੁਰਖ ਲੋਕ ਤਾਂ ਹੀ ਕਰਦੇ ਨਾ, ਤੇਰੀ ਜੋਤ ਇਹਨਾਂ ਵਿੱਚ ਵਰਤ ਰਹੀ ਹੈ। ਇਹ ਝੂਠ ਵੀ ਤਾਂ ਹੀ ਬੋਲ ਰਿਹਾ ਹੈ, ਤੂੰ ਇਹਦੇ ਵਿੱਚ ਜੋਤ ਪਾਈ ਹੋਈ ਏ। ਜਬ ਆਪਣੀ ਜੋਤ ਤੂੰ ਖਿੰਚੈ ਸੁਆਮੀ, ਤਬ ਕੋਈ ਕਰੋ ਦਿਖਾ ਬਖਿਆਨਾ। ਆਦਮੀ ਨੂੰ ਆਜ਼ਾਦ ਕੀਤਾ ਸੀ ਅਕਾਲ ਪੁਰਖ ਨੇ ਕਿ ਮੈਂ ਤੇਰੇ ਅੰਦਰ ਜੋਤ ਪਾ ਦਿੱਤੀ, ਤਾਕਤ ਪਾ ਦਿੱਤੀ, ਇਹਦੀ ਹੁਣ ਵਰਤੋਂ ਕਰਨੀ ਹੈ ਜਾਂ ਦੁਰਵਰਤੋਂ ਇਹ ਤੇਰੇ ਹੱਥ ਵਿੱਚ ਹੈ। ਤੂੰ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਤਾਂ ਇਹ 3 ਦਿਸ਼ਾਵਾਂ ਹਨ, ਇਹਨਾਂ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ ਕਿ ਪਹਿਲੀ ਅਵਸਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਦੀ ਵੀ ਬੁਰਾਈ ਨੂੰ ਪ੍ਰਵਾਨ ਨਹੀਂ ਕੀਤਾ। ਔਰ ਸਾਡਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਜੀਵਨ ਦੇ ਅੰਦਰ ਜਿਹੜਾ ਪਾਪ ਅਸੀਂ ਕਰ ਰਹੇ ਹਾਂ ਸਾਡੇ ਤੋਂ ਪਰਮਾਤਮਾ ਕਰਾ ਰਿਹਾ ਹੈ। ਇਹ ਬਿਲਕੁਲ ਗਲਤੀ ਹੈ ਸਾਡੇ ਜੀਵਨ ਦੀ। ਇਹ ਸਾਡੇ ਜੀਵਨ ਨਾਲ ਸਹਿਮਤ ਨਹੀਂ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਇਹ ਬਾਣੀ ਹੈ, ਉਹਨਾਂ ਦੇ ਕੋਲ ਸਮੇਂ ਦਾ ਸ਼ਾਸਕ ਹਮਾਯੂ ਲੰਘਦਾ ਹੋਇਆ ਖਡੂਰ ਸਾਹਿਬ ਆਉਂਦਾ ਹੈ। ਸਤਿਗੁਰੂ ਬੈਠੇ ਸਨ, ਕੋਈ ਧਿਆਨ ਨਹੀਂ ਦਿੱਤਾ। ਉਹ ਬਾਦਸ਼ਾਹ ਸੀ, ਨਾਲ ਫੌਜ। ਤੇ ਜਦੋਂ ਉਹਦਾ ਇੰਨਾ ਸਤਿਕਾਰ ਨਾ ਕੀਤਾ ਗਿਆ, ਜਦੋਂ ਉਹ ਚਾਹੁੰਦਾ ਸੀ ਜਿੱਤਣਾ, ਤੇ ਇਤਿਹਾਸ ਕਹਿੰਦਾ ਹਮਾਯੂ ਨੇ ਤਲਵਾਰ ਖਿੱਚ ਲਈ ਗੁਰੂ ਅੰਗਦ ਦੇਵ ਜੀ ਤੇ ਚਲਾਉਣ ਵਾਸਤੇ। ਗੁਰੂ ਅੰਗਦ ਦੇਵ ਜੀ ਦੇ ਉੱਤੇ ਤਲਵਾਰ ਚਲਾਉਣ ਵਾਸਤੇ ਖਿੱਚ ਲਈ। ਸਤਿਗੁਰਾਂ ਨੇ ਅੱਖ ਚੁੱਕ ਕੇ ਵੇਖਿਆ, ਇੱਕ ਬਚਨ ਕਿਹਾ ਸੀ, ਕਿਉਂਕਿ ਸ਼ੇਰ ਸ਼ਾਹ ਸੂਰੀ ਜਿਹੜਾ ਹੈ ਇਹਦੇ ਤੋਂ ਹਮਾਯੂ ਹਾਰ ਕੇ ਭੱਜਿਆ ਸੀ ਤੇ ਲੰਘਦਾ ਹੋਇਆ ਗੁਰੂ ਅੰਗਦ ਦੇਵ ਜੀ ਕੋਲ ਆਇਆ ਸੀ। ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਹਮਾਯੂ ਇਸ ਤਲਵਾਰ ਨੂੰ ਮਿਆਨ ਵਿੱਚ ਪਾ ਦੇ। ਜਿੱਥੇ ਇਹਦਾ ਚੱਲਣ ਦਾ ਵਕਤ ਸੀ ਤੇ ਜਿਹੜੀ ਥਾਂ ਸੀ ਉੱਥੇ ਤੇ ਮਿਆਨ ਵਿੱਚ ਪਾ ਕੇ ਆ ਗਏ, ਉੱਥੋਂ ਤੇ ਭੱਜ ਕੇ ਆ ਗਏ, ਦੌੜ ਕੇ ਆ ਗਏ। ਇੱਥੇ ਇਹਦਾ ਕੀ ਲਾਭ? ਇੱਥੇ ਇਹਦਾ ਕੰਮ ਹੀ ਕੋਈ ਨਹੀਂ ਹੈ। ਅੰਦਰ ਹੋਸ਼ ਆ ਗਈ ਵੀ ਮੈਂ ਕਿਹੜੇ ਥਾਂ ਤੇ ਬੁਰਾਈ ਕਰ ਰਿਹਾ ਹਾਂ, ਕਿਹੜੇ ਥਾਂ ਤੇ ਗਲਤ ਜਾ ਰਿਹਾ। ਤਾਕਤ ਤੇ ਪਰਮਾਤਮਾ ਨੇ ਦਿੱਤੀ ਹੈ, ਦੁਰਵਰਤੋਂ ਮਨੁੱਖ ਕਰਦਾ ਹੈ। ਇਸ ਲਈ ਇਹ 3 ਵਿਸ਼ੇ ਨੇ। ਪਹਿਲਾ, ਬੁਰਾਈ ਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਤੇ ਪ੍ਰਵਾਨ ਨਹੀਂ ਕੀਤਾ। ਦੂਸਰੇ ਨੰਬਰ ਤੇ ਸੰਸਾਰ ਵਿੱਚ ਜਿੰਨੀਆਂ ਬੁਰਾਈਆਂ ਨੇ, ਧਾਰਮਿਕ ਮਨੁੱਖ ਜਿਹੜਾ ਅਕਾਲ ਪੁਰਖ ਵਾਹਿਗੁਰੂ ਤੇ ਰਾਹ ਤੇ ਜਾ ਰਿਹਾ ਹੈ, ਉਹਦੇ ਨਾਮ ਨਾਲ ਜੁੜਿਆ ਹੋਇਆ ਹੈ, ਉਹ ਸੁਚੇਤ ਰਵੇ ਕਿ ਧਰਮ ਦੇ ਮਾਰਗ ਤੇ ਅਜੇ ਪਹਿਲਾ ਕਦਮ ਧਰਦਿਆਂ ਸਾਰ ਸੰਸਾਰ ਦੀ ਬੁਰਾਈ ਆਪਣੇ ਵਿੱਚ ਨਾ ਲਿਆਉਣੀ ਸ਼ੁਰੂ ਕਰੇ, ਉਹਦੀ ਵਿਆਖਿਆ ਨਾ ਕਰੇ, ਨਹੀਂ ਤਾਂ ਰਾਹ ਵਿੱਚ ਫਸ ਜਾਏਗਾ। ਥੋੜ੍ਹੇ ਜਿਹੇ ਲੋਕ ਨੇ ਜਿਹੜੇ ਇੰਨੇ ਅਭਿਆਸੀ ਹੋ ਜਾਂਦੇ ਨੇ ਵੀ ਉਹ ਕਿਸੇ ਦੀ ਨਿੰਦਿਆ ਵੀ ਕਰਨ ਤਾਂ ਵੀ ਉਹਨਾਂ ਨੂੰ ਦੋਸ਼ ਨਹੀਂ ਲੱਗਦਾ। ਵੈਸੇ ਇੱਕ ਨਿੰਦਿਆ ਜਿਹੜਾ ਲਫ਼ਜ਼ ਹੈ ਨਾ,
ਇਹਦਾ ਤੇ ਵਿਰੋਧ ਬੜਾ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕਿ ਨਿੰਦਿਆ ਜਿਹੜੀ ਹੈ ਸਾਰੇ ਕੀਤੇ ਹੋਏ ਪੁੰਨ ਜਪ ਤਪ ਪਾਠ ਸਭ ਕੁਝ ਨਸ਼ਟ ਕਰ ਦਿੰਦੀ ਹੈ, ਸਭ ਕੁਝ ਖਤਮ ਕਰ ਦਿੰਦੀ ਹੈ। ਇੱਕ ਸਪੈਸ਼ਲ ਜਿਹੜਾ ਸ਼ਬਦ ਹੈ ਨਿੰਦਿਆ ਦੇ ਉੱਤੇ ਭਗਤ ਜੀ ਨੇ ਉਚਾਰਿਆ, ਤੇ ਉਹ ਨਿੰਦਿਆ ਕਦੋਂ ਪੈਦਾ ਹੁੰਦੀ ਹੈ? ਜਦੋਂ ਆਦਮੀ ਚੰਗਿਆਈ ਵੱਲ ਤੁਰਦਾ ਹੈ, ਆਲਾ ਦੁਆਲਾ ਮਾੜਾ ਦੇਖ ਕੇ ਉਹਦੀ ਨਿੰਦਿਆ ਕਰਨ ਲੱਗ ਪੈਂਦਾ। ਸਤਿਗੁਰੂ ਨੇ ਸ਼ਬਦਾਂ ਵਿੱਚ ਸਮਝਾਇਆ, ਕਹਿਣ ਲੱਗੇ ਤੂੰ ਆਲੇ ਦੁਆਲੇ ਦੀ ਵਿਆਖਿਆ ਨਾ ਕਰੀ, ਆਪਣੇ ਰਸਤੇ ਤੇ ਤੁਰੀ ਜਾ। ਇਹ ਦੂਸਰੀ ਦਸ਼ਾ ਹੈ। ਔਰ ਤੀਸਰੀ ਅਵਸਥਾ ਹੈ ਬ੍ਰਹਮ ਗਿਆਨੀ ਦੀ ਨਜ਼ਰ। ਜਦੋਂ ਅੰਦਰੋਂ ਨਾਮ ਦੁਆਰਾ ਪ੍ਰਗਾਸ਼ ਹੋ ਗਿਆ ਤੇ ਫਿਰ ਤੀਸਰੀ ਦਸ਼ਾ ਬਣੇਗੀ, ਜਿਹਦੇ ਵਿੱਚ ਸਾਰਾ ਸੰਸਾਰ, ਇੱਥੇ ਜੋ ਕੁਝ ਚੱਲ ਰਿਹਾ ਹੈ ਸਭ ਕੁਝ ਠੀਕ ਚੱਲਦਾ ਪ੍ਰਤੀਤ ਹੋਵੇਗਾ, ਸਭ ਕੁਝ ਠੀਕ ਚੱਲਦਾ ਪ੍ਰਤੀਤ ਹੋਵੇਗਾ। ਜਿੰਨਾ ਚਿਰ ਅਸੀਂ ਆਪ ਠੀਕ ਨਹੀਂ ਹੁੰਦੇ, ਉਨਾ ਚਿਰ ਸਾਰਾ ਸੰਸਾਰ ਭਾਵੇਂ ਕਿੰਨਾ ਵੀ ਠੀਕ ਹੋ ਜਾਏ, ਕਿੰਨਾ ਵੀ ਸੁਧਰ ਜਾਏ, ਸੰਸਾਰ ਠੀਕ ਚੱਲਦਾ ਪ੍ਰਤੀਤ ਨਹੀਂ ਹੋਵੇਗਾ। ਸਾਡੀ ਜ਼ਿੰਦਗੀ ਦਾ ਕੋਈ ਵੀ ਫੈਸਲਾ ਉਨਾ ਚਿਰ ਠੀਕ ਨਹੀਂ ਹੋ ਸਕਦਾ ਜਿੰਨਾ ਚਿਰ ਸਾਡਾ ਆਪਣਾ ਆਪ ਠੀਕ ਨਹੀਂ ਹੁੰਦਾ। ਇਸ ਕਰਕੇ ਸੰਸਾਰ ਨੂੰ ਸਵਰਗ ਵੇਖਣਾ ਚਾਹੁੰਦਾ ਹੈ ਮਨੁੱਖ, ਸੰਸਾਰ ਨੂੰ ਸੁੱਖ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਹੈ। ਸਤਿਗੁਰੂ ਨੇ ਬਚਨ ਕੀਤੇ, ਆਪਣੇ ਆਪ ਨੂੰ ਠੀਕ ਕਰ ਲੈ, ਆਪਣੇ ਆਪ ਨੂੰ ਸੁਖੀ ਕਰ ਲੈ, ਸਾਰਾ ਸੰਸਾਰ ਸੁਖੀ ਦਿਸੇਗਾ। ਜਿਹੜਾ ਆਪ ਦੁਖੀ ਹੈ ਉਹਨੂੰ ਸਾਰਾ ਸੰਸਾਰ ਦੁਖੀ ਦਿਸਦਾ ਹੈ। ਇਸ ਕਰਕੇ ਤੀਜੀ ਅਵਸਥਾ, ਪਰ ਇਹ ਸਮਝ ਤਾਂ ਆ ਸਕਦੀ ਏ, ਸਤਿਗੁਰਾਂ ਨੇ ਬਚਨ ਕੀਤੇ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪ੍ਰਗਾਸ। ਜੇ ਕਿਸੇ ਮਨੁੱਖ ਤੇ ਕਿਰਪਾ ਕਰਦਾ ਉਹਦੇ ਅੰਦਰ ਪ੍ਰਕਾਸ਼ ਦੀ ਕਣੀ ਪੈਦਾ ਹੋ ਜਾਏ ਤਾਂ ਉਹ ਇਸ ਹੁਕਮ ਨੂੰ ਸਮਝ ਲੈਂਦਾ ਹੈ। ਹੁਣ ਇਹਨਾਂ ਇੱਕ ਇੱਕ ਪੰਕਤੀਆਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਇੱਕ ਨਾ ਹੁਕਮ ਸਮਾਏ ਲੈ। ਕਈ ਗੁਰਮੁਖਾਂ ਨੂੰ ਆਪਣੇ ਹੁਕਮ ਦੁਆਰਾ ਉਹ ਆਪਣੇ ਚਰਨਾਂ ਦੇ ਵਿੱਚ ਸਮਾਈ ਬਖਸ਼ ਦਿੰਦਾ, ਆਪਣੇ ਵਿੱਚ ਮਿਲਾ ਦਿੰਦਾ ਹੈ, ਆਪਣੇ ਅੰਦਰ ਜੋੜ ਲੈਂਦਾ। ਇੱਕ ਨਾ ਹੁਕਮ ਸਮਾਏ ਲੈ, ਇਹ ਹੁਕਮ ਕੀ ਹੈ? ਇਹਨੂੰ ਥੋੜ੍ਹਾ ਜਿਹਾ ਆਪਾਂ ਥੋੜ੍ਹੇ ਮਿੰਟਾਂ ਵਿੱਚ ਇਸ ਵਿਸ਼ੇ ਨੂੰ ਸਮਝਣਾ ਹੈ। ਹੁਕਮ ਕਿਹਨੂੰ ਕਹਿੰਦੇ ਨੇ? ਗੁਰਬਾਣੀ ਵਿੱਚ ਦੋ ਤਰ੍ਹਾਂ ਦਾ ਹੁਕਮ ਆਇਆ, ਧਿਆਨ ਦੇਣਾ। ਦੋ ਤਰ੍ਹਾਂ ਦਾ ਹੁਕਮ। ਇੱਕ ਹੁਕਮ ਹੈ ਜਿਹੜਾ ਬਾਹਰੀ ਤੌਰ ਤੇ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਕਿ ਗੁਰਸਿੱਖ ਨੇ ਕੀ ਕੀ ਜੀਵਨ ਵਿੱਚ ਕਰਨਾ ਹੈ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਕਿ ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਕੁਝ ਗੁਰੂ ਦੇ ਮੂੰਹ ਤੋਂ ਨਿਕਲਿਆ, ਜੋ ਕੁਝ ਗੁਰਬਾਣੀ ਵਿੱਚ ਜਿਵੇਂ ਜਿਵੇਂ ਜਿਉਣ ਦਾ ਢੰਗ ਦਿੱਤਾ ਗਿਆ, ਉਹਨੂੰ ਕਹਿੰਦੇ ਨੇ ਗੁਰੂ ਦਾ ਹੁਕਮ, ਕਿਹਾ ਹੋਇਆ ਹੁਕਮ, ਬੋਲਿਆ ਹੋਇਆ ਹੁਕਮ। ਇਹ ਪਹਿਲੀ ਤਰ੍ਹਾਂ ਦਾ ਹੁਕਮ ਹੈ। ਦੂਸਰੀ ਤਰ੍ਹਾਂ ਦਾ ਹੁਕਮ ਹੈ ਜਿਹੜਾ ਗੁਰੂ ਨੇ ਹੁਕਮ ਦਿੱਤਾ ਉਹਨੂੰ ਜੀਵਨ ਵਿੱਚ ਕਮਾਉਣਾ, ਤੇ ਜਿਹਨੂੰ ਅੱਜ ਕਹਿ ਰਹੇ ਨੇ ਹੁਕਮ ਦੁਆਰਾ ਸ਼ਬਦ ਵਿੱਚ ਬੰਦਾ ਸਮਾ ਜਾਂਦਾ ਹੈ। ਇਹ ਤੀਸਰਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਹਿਲੇ ਦੋ ਹੁਕਮ ਬੰਦਾ ਕਮਾਏਗਾ ਤਾਂ ਤੀਸਰਾ ਉਹਦੀ ਸਮਝ ਵਿੱਚ ਆਏਗਾ, ਤਾਂ ਉਹਦੇ ਜੀਵਨ ਵਿੱਚ ਤੀਸਰਾ ਹੁਕਮ ਪਕੜ ਵਿੱਚ ਆਏਗਾ। ਵੈਸੇ ਦੋ ਚੀਜ਼ਾਂ ਗੁਰੂ ਸਾਹਿਬ ਨੇ ਆਪਣੇ ਹੁਕਮ ਵਿੱਚ ਕਹੀਆਂ। ਮੈਂ ਮੋਟੇ ਤੌਰ ਤੇ, ਸ਼ਬਦ ਤਾਂ ਬਹੁਤ ਨੇ ਪਰ ਸਮੇਂ ਅਨੁਸਾਰ ਦੋ ਚੀਜ਼ਾਂ ਦਾ ਗੁਰੂ ਸਾਹਿਬ ਨੇ ਬਾਣੀ ਵਿੱਚ ਹੁਕਮ ਦਿੱਤਾ ਹੈ ਸਾਨੂੰ। ਦੋ ਚੀਜ਼ਾਂ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ। ਉਹਦੇ ਵਿੱਚ ਪਹਿਲਾ ਹੁਕਮ ਹੈ ਕਿ ਸਿਮਰਨ ਕਰ। ਇਹ ਸਭ ਤੋਂ ਪਹਿਲਾ ਹੁਕਮ ਹੈ। ਸਰੀਰ ਦੀ ਮਰਿਆਦਾ ਉਹਨਾਂ ਬਾਅਦ ਵਿੱਚ ਦੱਸੀ ਹੈ। ਤੁਸੀਂ ਬਾਣੀ ਪੜ੍ਹੋਗੇ ਨਾ, ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਉਹਦੇ ਵਿੱਚ ਆਰੰਭਕ ਜਿਹੜਾ ਹੁਕਮ ਹੈ ਉਹ ਨਾ ਇਹ ਹੈ ਵੀ ਤੂੰ ਖਾਣਾ ਕੀ ਹੈ, ਤੂੰ ਵੇਖਣਾ ਕੀ ਹੈ, ਤੂੰ ਬੋਲਣਾ ਕੀ ਹੈ, ਤੂੰ ਪਹਿਨਣਾ ਕੀ। ਇਹ ਪਹਿਲਾ ਹੁਕਮ ਨਹੀਂ। ਸਭ ਤੋਂ ਪਹਿਲਾ ਹੁਕਮ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਇਹ ਪਹਿਲਾ ਹੁਕਮ ਹੈ ਗੁਰੂ ਦਾ। ਤੇ ਤਰਤੀਬਵਾਰ ਹੁਕਮ ਦਿੱਤਾ ਗਿਆ ਹੈ ਕਿ ਜੇ ਪਹਿਲਾ ਹੁਕਮ ਕਮਾਏਗਾ ਤੇ ਤਾਂ ਦੂਜਿਆਂ ਵੱਲ ਵਧੇਗਾ। ਪਹਿਲਾ ਹੁਕਮ ਨਾਮ ਨਾਲ ਜੁੜਨ ਦਾ ਹੈ। ਤਾਂ ਪਹਿਲਾ ਹੁਕਮ ਹੈ ਸਿਮਰਨ, ਦੂਸਰਾ ਹੁਕਮ ਹੈ ਸਾਧਨਾ। ਦੋ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ। ਦੋ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਜੀਵਨ ਵਿੱਚ, ਸਿਮਰਨ ਔਰ ਸਾਧਨਾ। ਸਾਧਨਾ ਵੱਖਰੀ ਹੈ, ਸਿਮਰਨ ਵੱਖਰਾ ਹੈ।
ਜਦੋਂ ਇਹ ਦੋ ਚੀਜ਼ਾਂ ਜੁੜ ਗਈਆਂ ਉਸ ਵਕਤ ਅਗਲੀ ਗੱਲ ਸ਼ੁਰੂ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਅਧਿਆਤਮਵਾਦ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਦੋ ਚੀਜ਼ਾਂ ਪਹਿਲਾਂ ਹੋਣੀਆਂ ਚਾਹੀਦੀਆਂ। ਉਹਦੇ ਵਿੱਚ ਪਹਿਲੀ ਹੈ ਸਿਮਰਨ, ਦੂਸਰੀ ਹੈ ਸਾਧਨਾ। ਸਿਮਰਨ ਕਿਸ ਨੂੰ ਕਹਿੰਦੇ ਨੇ? ਸਿਮਰਨ ਦੇ ਅਰਥ ਨੇ ਨਾਮ ਜਪਣਾ, ਪਰਮਾਤਮਾ ਨੂੰ ਚੇਤੇ ਕਰਨਾ, ਗੁਰਬਾਣੀ ਪੜ੍ਹਨੀ। ਇਹ ਸਿਮਰਨ ਵਿੱਚ ਆ ਜਾਂਦਾ ਹੈ। ਪਰ ਇਕੱਲਾ ਸਿਮਰਨ ਓਨਾ ਚਿਰ ਕੰਮ ਨਹੀਂ ਕਰੇਗਾ ਜਿੰਨਾ ਚਿਰ ਜ਼ਿੰਦਗੀ ਵਿੱਚ ਸਾਧਨਾ ਨਹੀਂ ਹੈ। ਸਾਧਨਾ ਦੇ ਅਰਥ ਨੇ ਜਿਸ ਸਰੀਰ ਦੁਆਰਾ ਸਿਮਰਨ ਕੀਤਾ ਜਾ ਰਿਹਾ ਹੈ, ਹੁਣ ਸਾਰਾ ਦਿਨ ਸਵੇਰੇ ਜਾਗਣ ਤੋਂ ਲੈ ਕੇ ਸ਼ਾਮ ਦੇ ਸੌਣ ਤੱਕ ਇਸ ਸਰੀਰ ਨਾਲ ਜਿਹੜੇ ਜਿਹੜੇ ਕਰਮ ਕਰਨੇ ਨੇ ਉਹਨਾਂ ਨੂੰ ਸਾਧ ਕੇ ਕਰਨਾ ਹੈ, ਜੁਗਤ ਵਿੱਚ ਕਰਨਾ ਹੈ। ਇਹ ਦੋ ਚੀਜ਼ਾਂ ਜਿੰਨਾ ਚਿਰ ਨਹੀਂ ਮਿਲਦੀਆਂ ਉਹਨਾਂ ਚਿਰ ਸਿਮਰਨ ਜਿਹੜਾ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਲਿਆਉਂਦਾ। ਇਹ ਗੱਲ ਖਿਆਲ ਵਿੱਚ ਰੱਖਣਾ, ਕਿਉਂਕਿ ਇਸ ਸਰੀਰ ਨਾਲ ਕੰਮ ਕਰਨਾ ਹੈ ਨਾ, ਜਿਹੜਾ ਸਿਮਰਨ ਕਰ ਰਹੇ ਹਾਂ ਸਰੀਰ ਦੁਆਰਾ ਕਰ ਰਹੇ ਹਾਂ। ਤਾਂ ਇਹ ਦੋ ਚੀਜ਼ਾਂ, ਸਿਮਰਨ ਪਰਮਾਤਮਾ ਦਾ, ਸਾਧਨਾ ਆਪਣੇ ਜੀਵਨ ਦੀ। ਸਾਰਾ ਦਿਨ ਸਵੇਰੇ ਜਾਗਣ ਤੋਂ ਲੈ ਕੇ ਸ਼ਾਮ ਦੇ ਸੌਣ ਤੱਕ ਸਰੀਰ ਨਾਲ ਔਰ ਮਨ ਨਾਲ ਕੀ ਕਰਨਾ ਹੈ ਉਹਨੂੰ ਸਿੱਖਣ ਦਾ ਯਤਨ ਕਰਨਾ, ਉਸ ਨੂੰ ਧਾਰਨ ਕਰਨ ਦਾ ਯਤਨ ਕਰਨਾ, ਇਹਨੂੰ ਸਾਧਨਾ ਕਹਿੰਦੇ ਨੇ। ਜਿਹੜਾ ਸਰੀਰ ਸਾਧਨਾ ਵਿੱਚੋਂ ਚੰਗੀ ਤਰ੍ਹਾਂ ਗੁਜ਼ਰ ਗਿਆ, ਉਹਦਾ ਕੀਤਾ ਹੋਇਆ ਥੋੜ੍ਹਾ ਜਿਹਾ ਸਿਮਰਨ ਉਹਦੇ ਜੀਵਨ ਵਿੱਚ ਜ਼ਿਆਦਾ ਤਬਦੀਲੀ ਲਿਆਏਗਾ। ਥੋੜ੍ਹਾ ਜਿਹਾ ਸਿਮਰਨ, ਬਿਲਕੁਲ ਛੋਟਾ ਸਿਮਰਨ। ਤਾਂ ਸਾਧਨਾ ਦੱਸੀ ਗੁਰੂ ਸਾਹਿਬ ਨੇ। ਸਤਿਗੁਰੂ ਨੇ ਸਵੇਰੇ ਜਾਗਣ ਤੋਂ ਲੈ ਕੇ ਸ਼ਾਮ ਦੇ ਆਰਾਮ ਸੌਣ ਤੱਕ ਦੇ ਸਰੀਰ ਦੇ ਜਿੰਨੇ ਕਰਮ ਨੇ, ਸਰੀਰ ਨਾਲ ਜਿਹੜੇ ਜਿਹੜੇ ਕਰਮ ਕਰਨੇ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਖਾਣਾ ਪੀਣਾ ਆਉਂਦਾ ਹੈ। ਤਾਂ ਖਾਣੇ ਪੀਣੇ ਨੂੰ ਗੁਰੂ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਸਾਧਨਾ ਵਿੱਚ ਲੈ ਕੇ ਆ। ਗੁਰਸਿੱਖ ਥੋੜ੍ਹਾ ਬੋਲਣਾ, ਥੋੜ੍ਹਾ ਸੌਣਾ, ਥੋੜ੍ਹਾ ਖਾਣਾ। ਸਿਮਰਨ ਕੰਮ ਤਾਂ ਕਰੇਗਾ, ਬਾਣੀ ਪੜ੍ਹੀ ਕੰਮ ਤਾਂ ਕਰੇਗੀ ਜੇ ਇਹਨਾਂ ਚੀਜ਼ਾਂ ਵੱਲ, ਸਾਧਨਾ ਵੱਲ ਧਿਆਨ ਦੇਵੇਗਾ। ਸਭ ਤੋਂ ਪਹਿਲਾਂ ਖਾਣਾ ਪੀਣਾ। ਜੇ ਖਾਣਾ ਪੀਣਾ ਜੁਗਤ ਵਿੱਚ ਹੈ ਤਾਂ ਉਹ ਜਿਹੜਾ ਸਿਮਰਨ ਕੀਤਾ ਹੋਇਆ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਗਾ। ਵੈਸੇ ਤਜਰਬੇਕਾਰ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਕਮਾਈਆਂ ਕੀਤੀਆਂ, ਉਹਨਾਂ ਦਾ ਤਾਂ ਇੱਕ ਤਜਰਬਾ ਵੀ ਹੈ। ਮੈਂ ਕਿਸੇ ਮਹਾਂਪੁਰਸ਼ ਦੇ ਬਚਨ ਪੜ੍ਹ ਰਿਹਾ ਸਾਂ, ਉਹਨਾਂ ਨੇ ਕਿਸੇ ਜਗਿਆਸੂ ਨਾਲ ਗੱਲ ਕਰਦਿਆਂ ਗੱਲ ਕਹੀ ਕਿ ਜਿਉਂ-ਜਿਉਂ ਸਾਧਨਾ ਤੇ ਸਿਮਰਨ ਇਕੱਠੇ ਹੁੰਦੇ ਨੇ, ਬੰਦੇ ਦਾ ਪਹਿਲਾ ਸਰੀਰ ਮਰਦਾ ਜਾਂਦਾ ਹੈ, ਨਸ਼ਟ ਹੁੰਦਾ ਜਾਂਦਾ, ਖਾਤਮਾ ਹੁੰਦਾ ਜਾਂਦਾ। ਇਸ ਦਾ ਪਤਾ ਨਹੀਂ ਲੱਗਦਾ ਬਾਹਰੀ ਤੌਰ 'ਤੇ, ਪਰ ਸਿਮਰਨ ਪਹਿਲਾਂ ਇਸ ਸਾਰੇ ਸਰੀਰ ਨੂੰ ਮਾਰ ਦਿੰਦਾ ਹੈ ਤੇ ਫਿਰ ਨਾਮ ਵਾਲਾ ਸਰੀਰ ਮਿਲਦਾ ਉਸ ਨਾਮੀ ਬੰਦੇ ਨੂੰ। ਉਹ ਦੂਸਰਾ ਸਰੀਰ ਹੈ। ਜਦੋਂ ਮੈਂ ਉਹਨਾਂ ਦਾ ਵਿਚਾਰ ਪੜ੍ਹਿਆ, ਮੈਨੂੰ ਥੋੜ੍ਹਾ ਜਿਹਾ ਗੱਲ ਆਊਟ ਜੀ ਦਿਸੀ ਵੀ ਇਹ ਕਿਵੇਂ ਹੋ ਸਕਦਾ ਹੈ। ਪਰ ਕਈ ਦਿਨਾਂ ਬਾਅਦ ਜਦੋਂ ਸ਼ਲੋਕ 12 ਤੇ ਵਧੇਕ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹੇ ਨਾ, ਜਿਹਦੇ ਵਿੱਚ ਉਹਨਾਂ ਕਿਹਾ ਹੈ ਕਿ ਲੋਭ ਦੀ ਰੱਤ ਅੰਦਰੋਂ ਸੜ ਜਾਂਦੀ ਹੈ ਬੰਦੇ ਵਿੱਚੋਂ ਨਾਮ ਜਪਦਿਆਂ। ਭੈ ਪਈਐ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਇਹ ਗੱਲ ਸਪਸ਼ਟ ਹੋ ਗਈ। ਉਹਨਾਂ ਜਿਹੜੀ ਵਿਆਖਿਆ ਕੀਤੀ, ਸ਼ਾਇਦ ਉਹਨਾਂ ਇਹ ਪੰਕਤੀ ਪੜ੍ਹੀ ਸੀ ਜਾਂ ਨਹੀਂ, ਪਰ ਉਹਨਾਂ ਨੇ ਇਹਨੂੰ ਪ੍ਰੈਕਟੀਕਲ ਕੀਤਾ ਹੋਇਆ ਸੀ ਵੀ ਅੰਦਰੋਂ ਪੁਰਾਣੇ ਸਰੀਰ ਦਾ ਖਾਤਮਾ ਕਰਨਾ ਸ਼ਬਦ ਦੁਆਰਾ, ਜਿਹੜਾ ਲੋਭ ਵਿੱਚ ਭਰਿਆ ਹੋਇਆ ਹੈ, ਤੇ ਦੂਸਰਾ ਸਰੀਰ ਬਾਅਦ ਵਿੱਚ ਬਣੇਗਾ, ਜਿਹਨੂੰ ਕਹਿੰਦੇ ਨੇ ਕੰਚਨ ਕਾਇਆ ਕੱਸੀਐ ਵੰਨੀ ਚੜ੍ਹੈ ਚੜਾਓ। ਤਾਂ ਇਹ ਜਦੋਂ ਮਨੁੱਖ ਸਾਧਨਾ ਵਿੱਚ ਲਿਆਏਗਾ ਆਪਣੇ ਸਰੀਰ ਨੂੰ, ਥੋੜ੍ਹਾ ਖਾਣਾ, ਜੁਗਤ ਅਨੁਸਾਰ ਖਾਣਾ, ਸਰੀਰ ਨੂੰ ਜਿਤਨਾ ਕੁਝ ਚਾਹੀਦਾ ਓਨਾ ਜ਼ਰੂਰ ਖਾਣਾ, ਨਾ ਘੱਟ ਖਾਣਾ ਨਾ ਜ਼ਿਆਦਾ ਖਾਣਾ। ਇੰਨਾ ਵੀ ਖਾਣਾ ਨਾ ਛੱਡ ਦੇਣਾ ਕਿ ਬੰਦੇ ਦਾ ਧਿਆਨ ਖਾਣ ਪੀਣ ਵਿੱਚ ਰਹੇ ਵੀ ਮੈਂ ਖਾਧਾ ਕੁਝ ਨਹੀਂ ਹੈ। ਧਿਆਨ ਨੂੰ ਕੱਢਣਾ ਹੈ ਨਾ ਸਰੀਰ ਦੇ ਵਿੱਚੋਂ। ਥੋੜ੍ਹਾ ਬੋਲਣਾ, ਸਾਰਾ ਦਿਨ ਬੇਕਾਰ ਵਿੱਚ ਨਾ ਬੋਲਣਾ, ਉਹਦੇ ਨਾਲ ਵੀ ਉਹ ਜੀਵਨ ਦੀ ਐਨਰਜੀ ਵੇਸਟ ਹੁੰਦੀ ਹੈ। ਕੀ ਵੇਖਣਾ ਹੈ, ਇਹ ਵੀ ਇੱਕ ਸਾਧਨਾ ਹੈ। ਵੇਖਣ ਦੀ ਸਾਧਨਾ ਕਰਨੀ, ਘੱਟ ਤੋਂ ਘੱਟ ਵੇਖਣਾ, ਘੱਟ ਤੋਂ ਘੱਟ ਸੁਣਨਾ। ਇਹ ਚੀਜ਼ਾਂ ਪਾਬੰਦੀ ਵਿੱਚ ਨਹੀਂ ਆਉਂਦੀਆਂ। ਤਾਂ ਹੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਪੰਡਤ ਜੀ ਨੂੰ
ਜਦੋਂ ਉਹਨਾਂ ਨੇ ਕਿਹਾ ਜਨੇਊ ਪਾਣਾ ਬੜਾ ਜ਼ਰੂਰੀ ਹੈ, ਤਾਂ ਸਤਿਗੁਰਾਂ ਨੇ ਕਿਹਾ ਜਨੇਊ ਪਾਣਾ ਜ਼ਰੂਰੀ ਹੈ, ਪਰ ਨਾਲ ਸਾਧਨਾ ਤੇ ਕੋਈ ਨਹੀਂ। ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਵਾ ਤਗ ਨਾ ਅੱਖੀ। ਵੇ ਤੱਗਾ ਆਪੇ ਵੱਤੈ ਵੱਟ ਧਾਗੇ, ਅਵਰਾਂ ਘੱਤੈ। ਜੀਵਨ ਦੇ ਵਿੱਚ ਸਾਧਨਾ ਤੇ ਹੈ ਹੀ ਕੋਈ ਨਹੀਂ, ਨਾ ਖਾਣ ਦੀ ਸਾਧਨਾ, ਤਗ ਨਾ ਜੇਵਾ, ਨਾ ਵੇਖਣ ਦੀ ਸਾਧਨਾ, ਤਗ ਨਾ ਅੱਖੀ। ਕੰਨੀ ਸੂਤਕ ਕੰਨ ਪੈ ਲਾਏ ਤੁਬਾਰੀ ਖਾਏ, ਨਾ ਕੰਨਾਂ ਦੀ ਸਾਧਨਾ ਹੈ। ਕੋਈ ਵੀ ਸਾਧਨਾ ਨਹੀਂ ਜੀਵਨ ਵਿੱਚ। ਸਿਮਰਨ ਹੈ ਇਕੱਲਾ, ਕੀ ਕਰੇਗਾ? ਕਿੰਨੇ ਜਪ ਤਪ ਹੋ ਰਹੇ ਨੇ, ਤੁਸੀਂ ਵੇਖਦੇ ਹੋ ਨਾ, ਕਿੰਨੇ ਸਮਾਗਮ ਨੇ, ਕਿੰਨਾ ਕਿੰਨਾ ਲੰਮਾ ਸਮਾਂ ਜਪਿਆ ਜਾਂਦਾ ਹੈ, ਪਰ ਉਹ ਜਪਿਆ ਹੋਇਆ ਸਾਡੇ ਜੀਵਨ ਵਿੱਚ ਤਬਦੀਲੀ ਕਿਉਂ ਨਹੀਂ ਲਿਆਉਂਦਾ? ਉਹਦੇ ਕਾਰਨ ਸਿਰਫ ਇਹ ਨੇ, ਆਦਮੀ ਇਕੱਲਾ ਜਪ ਰਿਹਾ, ਸਾਧਨਾ ਨਹੀਂ ਕਰ ਰਿਹਾ, ਸਰੀਰ ਦੀ ਜੀਵਨ ਦੀ ਸਾਧਨਾ ਨਹੀਂ ਹੈ। ਜੇ ਜੀਵਨ ਦੀ ਸਾਧਨਾ ਦੇ ਨਾਲ ਸ਼ਬਦ ਆ ਗਿਆ, ਉਸ ਧਰਤੀ ਵਿੱਚ ਸ਼ਬਦ ਜ਼ਰੂਰ ਉੱਗੇਗਾ, ਕੋਈ ਮਤਲਬ ਹੀ ਨਹੀਂ ਨਾ ਉੱਥੇ ਪੈਦਾ ਹੋਵੇ। ਤਾਂ ਇਹ ਦੋ ਚੀਜ਼ਾਂ ਗੁਰੂ ਸਾਹਿਬ ਨੇ ਕਹੀਆਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰੀਰ ਨੂੰ ਯੋਗ ਬੈਲੈਂਸ ਵਿੱਚ ਲੈ ਕੇ ਆਉਣਾ, ਉਹਦੇ ਤੋਂ ਬਾਅਦ ਫਿਰ ਸਿਮਰਨ ਕਰਨਾ। ਜਦੋਂ ਇਹ ਦੋ ਚੀਜ਼ਾਂ ਆਦਮੀ ਜੀਵਨ ਵਿੱਚ ਕਰੇਗਾ, ਜੋ ਕੁਝ ਇਹ ਗੁਰੂ ਨੇ ਕਿਹਾ, ਮੈਂ ਕਿਹਾ ਸੀ ਦੋ ਤਰ੍ਹਾਂ ਦਾ ਹੁਕਮ, ਇਹ ਹੈ ਸਿਮਰਨ ਕਰਨਾ ਤੇ ਸਰੀਰ ਦੀ ਸਾਧਨਾ ਕਰਨੀ, ਇਹ ਦੋ ਤਰ੍ਹਾਂ ਦਾ ਹੁਕਮ ਹੈ। ਫਿਰ ਜਿਹੜਾ ਤੀਸਰਾ ਹੁਕਮ ਗੁਰੂ ਸਾਹਿਬ ਜੀ ਨੂੰ ਕਹਿ ਰਹੇ ਨਾ, ਇੱਕ ਨਾ ਹੁਕਮ ਸਮਾਏ ਲੈ, ਫਿਰ ਉਸ ਹੁਕਮ ਦੀ ਸਮਝ ਆਉਣੀ ਸ਼ੁਰੂ ਹੋ ਜਾਏ ਵੀ ਉਹ ਤੀਸਰਾ ਵੀ ਹੁੰਦਾ ਹੈ। ਉਹ ਤੀਸਰਾ ਹੁਕਮ ਸਾਡੀ ਸਮਝ ਵਿੱਚ ਆ ਜਾਏਗਾ। ਉਹ ਇਸ ਤਰ੍ਹਾਂ ਦੀ ਚੀਜ਼ ਹੈ, ਵੈਸੇ ਗੁਰਬਾਣੀ ਨੂੰ ਪੜ੍ਹੀਏ ਤੇ ਗੁਰੂ ਸਾਹਿਬ ਕਹਿੰਦੇ ਨੇ ਏਕੋ ਨਾਮ ਹੁਕਮ ਹੈ, ਸ਼ਬਦ ਹੀ ਹੁਕਮ ਹੈ, ਉਹਦਾ ਕੋਈ ਸਰੂਪ ਨਹੀਂ। ਪਸਰਿਓ ਆਪ ਹੋਏ ਅਨੰਤ ਤਰੰਗ, ਸੁਖਮਣੀ ਸਾਹਿਬ ਵਿੱਚ ਪੜ੍ਹ ਕੇ ਦੇਖਣਾ। ਪਸਰਿਓ ਆਪ, ਪਸਰਿਓ ਦਾ ਅਰਥ ਹੈ ਖਿਲਰਿਆ ਹੋਇਆ ਹੈ। ਹੋਏ ਅਨੰਤ ਤਰੰਗ, ਤਰੰਗ ਦਾ ਅਰਥ ਹੈ ਛੋਟੇ ਛੋਟੇ ਵੇਵਜ਼ ਬਣ ਕੇ, ਤਰੰਗਾਂ ਬਣ ਕੇ, ਛੋਟੇ ਛੋਟੇ ਕਣ ਬਣ ਕੇ ਇਸ ਬ੍ਰਹਿਮੰਡ ਦੇ ਵਿੱਚ ਫੈਲਿਆ ਹੋਇਆ ਹੈ ਤੇ ਕੰਮ ਕਰੀ ਜਾ ਰਿਹਾ ਹੈ। ਉਹ ਜਿਹੜਾ ਹੁਕਮ ਹੈ ਸਾਰੇ ਜੀਵਾਂ ਨੂੰ ਚਲਾ ਰਿਹਾ ਹੈ ਅਦ੍ਰਿਸ਼ ਰੂਪ ਦੇ ਵਿੱਚ। ਜਿੱਥੇ ਕੋਈ ਗੁਰੂ ਦੇ ਹੁਕਮ ਨੂੰ ਕਮਾਉਂਦਾ ਹੈ ਤੇ ਗੁਰੂ ਕੇ ਸ਼ਬਦ ਨੂੰ ਕਮਾਉਂਦਾ ਹੈ, ਉਸ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਉਸ ਆਦਮੀ ਦਾ ਸੰਪਰਕ ਉਸ ਬ੍ਰਹਿਮੰਡ ਦੇ ਵਿੱਚ ਖਿਲਰੇ ਹੋਏ ਉਸ ਹੁਕਮ ਦੇ ਨਾਲ ਸੰਪਰਕ ਬਣਨਾ ਸ਼ੁਰੂ ਹੋ ਜਾਂਦਾ ਹੈ। ਉਹਦੇ ਨਾਲ ਉਹਦੀ ਸਾਂਝ ਬਣਨੀ ਸ਼ੁਰੂ ਹੋ ਜਾਂਦੀ ਹੈ। ਫਿਰ ਉਸ ਹੁਕਮ ਦੇ ਰਾਹੀਂ ਉਹ ਸਾਰੇ ਸੰਸਾਰ ਦੀ ਜਾਣਕਾਰੀ ਵੀ ਪ੍ਰਾਪਤ ਕਰ ਲੈਂਦਾ ਹੈ। ਸਾਰੇ ਸੰਸਾਰ ਵਿੱਚ ਕੀ ਹੋ ਰਿਹਾ ਹੈ, ਇਹ ਜਿਹੜਾ ਆਦਮੀ ਸਾਹਮਣੇ ਆਇਆ ਇਹਦੇ ਮਨ ਵਿੱਚ ਕੀ ਹੈ, ਸਭ ਕੁਝ ਹੁੰਦਾ ਹੈ ਨਾ। ਉਹ ਜੋ ਚਾਹੇ ਬ੍ਰਹਿਮੰਡ ਵਿੱਚ ਕਰਾ ਸਕਦਾ ਹੈ ਉਸ ਹੁਕਮ ਦੇ ਰਾਹੀਂ, ਕਿਉਂਕਿ ਉਹਨੇ ਸਾਰੀ ਸੰਸਾਰ ਨੂੰ ਫੜਿਆ ਹੋਇਆ ਆਪਣੇ ਹੱਥਾਂ ਵਿੱਚ। ਪਰ ਉਹ ਖੁਦ ਹੁਕਮ ਵਿੱਚ ਤੁਰਨ ਵਾਲਾ ਆਦਮੀ ਹੁੰਦਾ ਹੈ, ਉਹ ਦਖਲਅੰਦਾਜ਼ੀ ਨਹੀਂ ਕਰਦਾ। ਤਾਂ ਉਹ ਜਿਹੜਾ ਪਰਮਾਤਮਾ ਦਾ ਹੁਕਮ ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਮੈਂ ਤਾਂ ਇਹ ਬੇਨਤੀ ਕਰ ਰਿਹਾ ਵੀ ਅਸੀਂ ਅਖੰਡ ਪਾਠ ਬਹੁਤ ਕਰਾਉਣੇ ਚਾਹੀਦੇ ਨੇ। ਬਾਣੀ ਪੜ੍ਹਨ ਨਾਲ ਲਾਭ ਹੁੰਦਾ, ਨੁਕਸਾਨ ਕੋਈ ਨਹੀਂ। ਪਰ ਇਹ ਜਿਹੜੀਆਂ ਵਿਚਾਰਾਂ ਅੱਜ ਦੇ ਵਿਸ਼ੇ ਵਿੱਚ ਚੱਲੀਆਂ ਨੇ, ਮੈਨੂੰ ਪਤਾ ਹੈ ਬਹੁਤੇ ਲੋਕ ਕਹਿਣਗੇ ਫਿਲਾਸਫੀ ਹੈ, ਪਰ ਇੱਕ ਗੱਲ ਖਿਆਲ ਰੱਖੋ, ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਸ਼ਬਦ ਨੂੰ ਗੁਰੂ ਸਾਹਿਬ ਹਜ਼ਾਰਾਂ ਵਾਰੀ ਦੁਹਰਾ ਰਹੇ ਨੇ ਨਾ, ਉਹਦਾ ਕੋਈ ਮਕਸਦ ਹੈ, ਉਹਨੂੰ ਸਮਝਣਾ ਚਾਹੀਦਾ ਹੈ। ਪੈਸੇ ਦੇ ਕੇ ਪੜ੍ਹਾ ਲੈਣਾ ਹੋਰ ਗੱਲ ਹੈ, ਬੜਾ ਕੁਝ ਚੱਲ ਰਿਹਾ ਹੈ, ਉਹ ਵੀ ਇੱਕ ਵਿਸ਼ਾ ਹੈ, ਚਲੋ ਕੁਝ ਨਾ ਕੁਝ ਲਾਭ ਹੁੰਦਾ ਉਹਦੇ ਨਾਲ। ਪਰ ਵਾਰ-ਵਾਰ ਹੁਕਮ ਸ਼ਬਦ, ਵਾਰ-ਵਾਰ ਹੁਕਮ, ਗੁਰੂ ਸਾਹਿਬ ਦਾ ਮਤਲਬ ਸੀ ਵਾਰ-ਵਾਰ ਦੇ ਕੰਨਾਂ ਵਿੱਚ ਪਾਈਏ ਤੇ ਬੰਦਾ ਮਜਬੂਰ ਹੋ ਜਾਏ ਇਹਨੂੰ ਵੇਖਣ ਵਾਸਤੇ ਵੀ ਹੈ ਕੀ ਜਿਹਨੂੰ ਗੁਰੂ ਸਾਹਿਬ ਵਾਰ-ਵਾਰ ਕਹਿ ਰਹੇ ਨੇ। ਪਰ ਸਾਨੂੰ ਇਹਦੇ ਨਾਲ ਕੋਈ ਪ੍ਰਯੋਜਨ ਨਹੀਂ ਹੈ। ਹੁਕਮ ਦੇ ਅਰਥ ਨੇ ਜਿਵੇਂ ਇੱਕ ਕਿਸੇ ਅਸਥਾਨ ਤੋਂ ਕਿਸੇ ਸ਼ਬਦ ਦਾ ਪ੍ਰਸਾਰਣ ਕੀਤਾ ਜਾਂਦਾ ਨਾ, ਕਿਸੇ ਸੈਂਟਰ ਤੋਂ, ਟੀਵੀ ਸੈਂਟਰ ਤੋਂ ਜਾਂ ਰੇਡੀਓ ਤੋਂ, ਇੱਕ ਥਾਂ ਤੋਂ ਕਿਸੇ ਚੀਜ਼ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ, ਉਹਦੀ ਰੇਂਜ ਸਾਰੇ ਥਾਵਾਂ 'ਤੇ ਚਲੀ ਜਾਂਦੀ ਹੈ। ਅਤੇ ਜਿੱਥੇ ਉਸ ਰੇਡੀਓ ਨੂੰ ਉਸ ਸਟੇਸ਼ਨ 'ਤੇ ਔਨ ਕਰੋ
ਉਹ ਖਿੱਚਣਾ ਸ਼ੁਰੂ ਕਰ ਦਿੰਦਾ ਉਹਨੂੰ। ਹੈ ਉਹ ਸਾਰੇ ਥਾਵਾਂ ਤੇ, ਦਿਸਦਾ ਨਹੀਂ ਹੈ। ਹੁਣ ਆਹ ਖਾਲੀ ਖਲਾ ਹੈ, ਜਿੰਨੇ ਟੀਵੀ ਦੇ ਚੈਨਲ ਨੇ ਇੱਥੇ ਖਿਲਰੇ ਹੋਏ ਨੇ ਸਾਰੇ, ਪਰ ਦਿਸਦਾ ਹੈ ਉਹਦੇ ਵਿੱਚੋਂ ਕੁਝ। ਦਿਸੇਗਾ ਕਦੋਂ? ਉਹ ਦਿਸੇਗਾ ਉਸ ਵੇਲੇ ਜਦੋਂ ਸਿਸਟਮ ਸਾਡੇ ਕੋਲ ਆਏਗਾ, ਵੀ ਟੀਵੀ ਹੋਏਗਾ, ਸਾਡੇ ਕੋਲ ਸੰਪਰਕ ਹੋਵੇਗਾ ਟੀਵੀ ਦਾ, ਉਹਦੇ ਰਾਹੀਂ ਅਸੀਂ ਉਹਨਾਂ ਚੈਨਲਾਂ ਨੂੰ ਖਿੱਚ ਸਕਨੇ ਹਾਂ, ਵੇਖ ਸਕਨੇ ਹਾਂ। ਪਰ ਜਿੰਨਾ ਚਿਰ ਸਿਸਟਮ ਨਹੀਂ ਆਉਂਦਾ ਉਹਨਾਂ ਚਿਰ ਨਹੀਂ ਦੇਖ ਸਕਦੇ। ਇਸੇ ਤਰ੍ਹਾਂ ਜਿਹੜਾ ਹੁਕਮ ਹੈ ਪਰਮਾਤਮਾ ਦਾ, ਸਾਡੇ ਤੋਂ ਕੀ ਕਰਾਉਣਾ ਚਾਹੁੰਦਾ ਹੈ, ਉਹ ਸਾਰੇ ਬ੍ਰਹਿਮੰਡ ਵਿੱਚ ਖਿਲਰਿਆ ਹੋਇਆ ਹੁਕਮ ਉਹਦਾ, ਉਹਦੀ ਮਰਜ਼ੀ, ਜੋ ਕੁਝ ਉਹ ਕਰਾਉਣਾ ਚਾਹੁੰਦਾ ਹੈ, ਜੋ ਕੁਝ ਉਹ ਸਾਨੂੰ ਦੱਸਣਾ ਚਾਹੁੰਦਾ ਵੀ ਇਸ ਤਰ੍ਹਾਂ ਚੱਲ ਜੀਵਨ ਵਿੱਚ। ਪਰ ਉਹਦੀ ਪਕੜ, ਉਹਦੀ ਸਮਝ ਤਾਂ ਆਵੇਗੀ ਜੇ ਅਸੀਂ ਪਹਿਲਾਂ ਗੁਰੂ ਕੇ ਹੁਕਮ ਨਾਲ ਜੁੜਾਂਗੇ। ਤੇ ਇੱਕ ਗੁਰੂ ਦਾ ਹੁਕਮ, ਇੱਕ ਪਰਮਾਤਮਾ ਦਾ ਹੁਕਮ, ਗੁਰੂ ਕਾ ਸ਼ਬਦ, ਗੁਰਬਾਣੀ ਅਨੁਸਾਰ ਚੱਲਾਂਗੇ। ਜਦੋਂ ਗੁਰਬਾਣੀ ਅਨੁਸਾਰ ਚੱਲਾਂਗੇ ਤੇ ਉਸ ਚੀਜ਼ ਦੀ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ ਜੀਵਨ ਵਿੱਚ, ਜਿਹਨੂੰ ਵਿਵੇਕ ਬੁੱਧੀ ਕਹਿੰਦੇ ਨੇ, ਵੀ ਠੀਕ ਕੀ ਹੈ ਤੇ ਗਲਤ ਕੀ ਹੈ। ਜ਼ਿੰਦਗੀ ਵਿੱਚ ਫੈਸਲੇ ਆਪਣੇ ਆਪ ਬਣਨੇ ਸ਼ੁਰੂ ਹੋ ਜਾਣਗੇ, ਬਾਹਰੋਂ ਨਹੀਂ ਪੁੱਛਣੇ ਪੈਣਗੇ। ਪਹਿਲਾਂ ਗੁਰਬਾਣੀ ਪੜ੍ਹੀ, ਠੀਕ ਗਲਤ ਦੀ ਵਿਆਖਿਆ ਸਿੱਖੀ, ਜਦੋਂ ਉਹਦੇ ਸ਼ਬਦ ਨੂੰ ਚੰਗੀ ਤਰ੍ਹਾਂ ਕਮਾ ਲਿਆ ਤਾਂ ਫਿਰ ਬਾਹਰੋਂ ਲੱਭਣ ਦੀ ਜ਼ਰੂਰਤ ਨਹੀਂ ਪੈਂਦੀ। ਜੋ ਕੁਝ ਸਾਹਮਣੇ ਆਵੇਗਾ ਉਹਦੀ ਠੀਕ ਤੇ ਗਲਤ ਵਿਆਖਿਆ ਵੀ ਨਾਲ ਹੀ ਸਾਹਮਣੇ ਆ ਜਾਏਗੀ।